ਅੱਜ ਦੇ ਸਪੈਸ਼ਲ ਪ੍ਰੋਗਰਾਮ ਭੱਠ ਦੀਆਂ ਖਬਰਾਂ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਦਵਿੰਦਰ ਤੂਰ ਤੇ ਮੇਰੇ ਨਾਲ ਹਰਪ੍ਰੀਤ ਰੰਧਾਵਾ ਜੀ ਤੇ ਦੂਜੇ ਪਾਸੇ ਪਰਮਿੰਦਰ ਸਿੰਘ ਟੋਰਾਂਟੋ ਤੋਂ ਜੁੜ ਰਹੇ ਨੇ। ਤੁਹਾਡਾ ਦੋਹਾਂ ਦਾ ਬਹੁਤ-ਬਹੁਤ ਸਵਾਗਤ ਜੀ। ਥੈਂਕ ਯੂ। ਧੰਨਵਾਦ ਦਵਿੰਦਰ ਜੀ। ਗੱਲਬਾਤ ਸ਼ੁਰੂ ਕਰਾਂਗੇ ਭੱਠ ਦੀਆਂ ਖਬਰਾਂ ਤੋਂ। ਜਿਹੜੀ ਪਹਿਲੀ ਭੱਠ ਦੀ ਖਬਰ ਆ ਸਾਡੇ ਕੋਲੇ ਉਹ ਕੈਨੇਡਾ ਤੋਂ ਹੀ ਆ। ਜਿਵੇਂ ਕਿ ਅਸੀਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਵੀ ਕਰਨੀ ਚਾਹੁੰਦੇ ਆ ਕਿ ਕਾਫੀ ਸਮਾਂ ਪਹਿਲਾਂ ਜਿਹੜੇ ਮਲਟੀਕਲਚਰਲਿਜ਼ਮ ਦੇ ਮਿਨਿਸਟਰ ਟਿਮ ਉੱਪਲ ਨੇ ਉਹਨਾਂ ਨੇ ਇੱਕ ਬਿੱਲ ਲੈ ਕੇ ਆਂਦਾ ਸੀ। ਬਿੱਲ ਦੇ ਵਿੱਚ ਨਕਾਬ ਪਾਉਣ ਤੇ ਮਨਾਹੀ ਜਾਂ ਪਾਬੰਦੀ ਲਾ ਦਿੱਤੀ ਗਈ ਸੀ। ਜਦੋਂ ਸਿਟੀਜ਼ਨਸ਼ਿਪ ਦੇ ਲੈਣ ਵੇਲੇ ਜਦੋਂ ਓਥ ਜਿਹੜੀ ਸਹੁੰ ਚੱਕਦੇ ਸੀ ਉਸ ਸੈਰੀਮਨੀ ਦੇ ਵਿੱਚ ਜੇ ਕਿਸੇ ਨੇ ਨਕਾਬ ਪਾਇਆ ਹੁੰਦਾ ਸੀ, ਜੇ ਉਹ ਆਪਣੀ ਫੇਸ ਜਾਂ ਸ਼ਕਲ ਤੋਂ ਨਕਾਬ ਨਹੀਂ ਸੀ ਲਾਉਂਦੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਹਾਡੇ ਤੇ ਪਾਬੰਦੀ ਲਾਈ ਜਾਊਗੀ। ਸੋ ਇਸ ਦੇ ਕੋਰਟ ਚੈਲੰਜ ਵੀ ਹੋਏ। ਕੋਰਟ ਚੈਲੰਜ ਹੋਣ ਦੇ ਨਾਲ 29 ਸਾਲਾ ਪਾਕਿਸਤਾਨ ਤੋਂ ਇੱਕ ਵੂਮਨ ਸੀਗੀ, ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸੇ ਜੱਜ ਦੇ ਸਾਹਮਣੇ ਤਾਂ ਲਾ ਸਕਦੀ ਹਾਂ ਪਰ ਪਬਲਿਕ ਪਲੇਸ ਦੇ ਵਿੱਚ ਮੈਂ ਨਕਾਬ ਨਹੀਂ ਲਾਉਂਗੀ। ਤਾਂ ਉਸ ਵੇਲੇ ਦਾ ਹੀ ਰੌਲਾ ਪਿਆ ਹੋਇਆ ਸੀ ਤੇ ਕੋਰਟ ਦੇ ਰੂਲਿੰਗ ਵੀ ਸੀ। ਲੋਅਰ ਕੋਰਟ ਨੇ ਰੂਲਿੰਗ ਕਰਕੇ ਗੌਰਮੈਂਟ ਦੇ ਅਗੇਂਸਟ ਫੈਸਲਾ ਦਿੱਤਾ ਸੀ। ਅੱਜ ਹਾਈ ਕੋਰਟ ਦੇ ਵਿੱਚ ਗਏ ਸੀਗੇ ਗੌਰਮੈਂਟ ਤੇ ਦੂਜੇ ਪਾਸੇ ਨਕਾਬ ਦੇ ਹੱਕ ਦੇ ਵਿੱਚ। ਤੇ ਜਦੋਂ ਫੈਸਲਾ ਦਿੱਤਾ ਤਾਂ ਜਿਹੜੀ ਪਹਿਲੇ ਤਾਂ ਜਿਹੜੇ ਸਰਪ੍ਰਾਈਜ਼ਿੰਗ ਫੈਸਲੇ ਸੀ ਉਹ ਜਿਹੜੇ ਗੌਰਮੈਂਟ ਦੇ ਸਰਕਾਰੀ ਵਕੀਲ ਸੀ ਉਹਨਾਂ ਨੇ ਕਿਹਾ ਕਿ ਨਕਾਬ ਪਾਉਣਾ ਮੈਂਡੇਟਰੀ ਨਹੀਂ ਹੈਗਾ। ਇੱਕ ਬਿੱਲ ਲਿਆਂਦਾ ਗਿਆ ਸੀ ਕਿ ਨਕਾਬ ਪਾਉਣਾ ਚਾਹੀਦਾ ਪਰ ਮੈਂਡੇਟਰੀ ਨਹੀਂ ਹੈਗੀ। ਜਦੋਂ ਇਹ ਪ੍ਰੋਸੈਸ ਚੱਲ ਰਿਹਾ ਸੀ ਕੋਰਟ ਦੇ ਵਿੱਚ ਹੀਅਰਿੰਗ ਚੱਲ ਰਹੀ ਸੀ, ਥੋੜਾ ਜਿਹਾ ਹਾਸੋ ਆਉਣਾ ਵੀ ਲੱਗ ਰਿਹਾ ਸੀ ਕਿ ਜੇ ਮੈਂਡੇਟਰੀ ਨਹੀਂ ਸੀ ਤਾਂ ਫਿਰ ਰੌਲਾ ਕਿਉਂ ਪਿਆ ਸੀ। Of course it was a mandatory because it was a bill. Bill was brought to out to tell the people that you have to remove the niqab before you take the oath of citizenship. ਪਰ ਹੁਣ ਜਿਹੜੀ ਰੂਲਿੰਗ ਆਈ ਆ, ਰੂਲਿੰਗ ਨੇ ਜਿਹੜੀ ਲੋਅਰ ਕੋਰਟ ਜਿਹੜੀ ਗੌਰਮੈਂਟ ਵੱਲੋਂ ਲਿਆਂਦਾ ਹੋਇਆ ਬਿੱਲ ਤਾਂ ਜਿਹੜਾ ਜਾਂ ਉਸ ਦੀ ਵਿੱਚ ਲੋਕਾਂ ਨੂੰ ਇਹ ਇਜਾਜ਼ਤ ਦੇ ਦਿੱਤੀ ਆ ਕਿ ਨਿਕਾਬ ਪਹਿਨ ਕੇ ਵੀ ਸਿਟੀਜ਼ਨਸ਼ਿਪ ਦੀ ਸੈਰੇਮਨੀ ਦੇ ਵਿੱਚ ਹਾਜ਼ਰ ਹੋਇਆ ਜਾ ਸਕਦਾ ਤੇ ਸਹੁੰ ਵੀ ਚੁੱਕੀ ਜਾ ਸਕਦੀ ਆ। ਸ਼ੁਰੂਆਤ ਪਰਮਿੰਦਰ ਸਿੰਘ ਤੋਂ। ਪਰਮਿੰਦਰ ਸਿੰਘ ਜੀ, ਕੋਰਟ ਦੇ ਇਸ ਰੂਲਿੰਗ ਤੋਂ ਤੁਸੀਂ ਖੁਸ਼ ਹੋ ਜਾਂ ਨਹੀਂ? ਬਿਲਕੁਲ ਦਵਿੰਦਰ ਜੀ, ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਇਹ ਨਕਾਬ ਦੀ ਗੱਲ ਕਰਦੇ ਪਏ, ਕੱਲ੍ਹ ਨੂੰ ਪੱਗ ਦੀ ਗੱਲ ਕਰਨਗੇ। ਸੋ ਜੇ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਤੇ ਜਿਹੜੀ ਧਾਰਮਿਕ ਆਜ਼ਾਦੀ ਸੀਗੀ ਅਸੀਂ ਇੱਥੇ ਕੈਨੇਡਾ ਦੇ ਵਿੱਚ ਮੰਨ ਰਹੇ ਉਹ ਕਿਤੇ ਨਾ ਕਿਤੇ ਜਿਹੜੀ ਧਾਰਮਿਕ ਆਜ਼ਾਦੀ ਆ ਉਹ ਜਾਂਦੀ ਲੱਗਣੀ ਸੀਗੀ। ਗੱਲ ਜਿਹੜੀ ਫੈਡਰਲ ਗੌਰਮੈਂਟ ਨੇ ਬਿੱਲ ਲੈ ਕੇ ਆਂਦਾ ਸੀ ਕਿ ਆਪਣੇ ਫੇਸ ਨੂੰ ਜਿਹੜੀ ਕਵਰ ਕਰਨ ਦੀ ਜਿਹੜੀ ਗੱਲ ਕੀਤੀ ਸੀ ਕਿ ਸ਼ਕਲ ਦਿਖਾਉਣੀ ਆ। ਹਰਪ੍ਰੀਤ ਜੀ, ਪਹਿਲਾਂ ਤਾਂ ਦੱਸੋ ਕਿ ਇਹ ਬਿੱਲ ਸਹੀ ਸੀ ਜਾਂ ਗਲਤ? ਦਵਿੰਦਰ ਜੀ, ਜੇ ਮੈਂ ਆਪਣੇ ਵਿਚਾਰ ਦੇਵਾਂ ਤਾਂ ਮੈਨੂੰ ਇਹ ਬਿੱਲ ਗਲਤ ਲੱਗਦਾ। ਪਰ ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਇਹ ਬਿੱਲ ਟਿਮ ਉੱਪਲ ਜੀ ਨੇ ਲਿਆਂਦਾ ਸੀ। ਟਿਮ ਉੱਪਲ ਜੀ ਆਪਣੇ ਸਿੱਖ ਭਾਈਚਾਰੇ ਦੇ ਕੈਂਡੀਡੇਟ ਨੇ, ਐਡਮਿੰਟਨ ਤੋਂ MP ਨੇ, ਤੇ ਉਹਨਾਂ ਨੇ ਬਿੱਲ ਲਿਆਂਦਾ ਸੀ। ਮੈਨੂੰ ਥੋੜੀ ਜਿਹੀ ਇੱਥੇ ਵੀ ਕੰਟਰੋਵਰਸੀ ਲੱਗਦੀ ਆ ਕਿਉਂਕਿ ਤੁਸੀਂ ਜਦੋਂ ਸਿੱਖ ਹੋ ਕੇ ਜੇ ਕਿਸੇ ਦੇ ਦੂਜੇ ਧਰਮ ਵਾਸਤੇ ਇਦਾਂ ਦਾ ਬਿੱਲ ਲਿਆਓ, ਆਈ ਥਿੰਕ ਤੁਹਾਨੂੰ ਥੋੜਾ ਜਿਹਾ ਉਸ ਟਾਈਮ ਸੋਚਣਾ ਚਾਹੀਦਾ ਸੀ। ਜਾਂ ਤੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਕੰਜ਼ਰਵੇਟਿਵ ਪਾਰਟੀ ਨੇ ਜਿਹੜਾ ਬਿੱਲ ਪੇਸ਼ ਕਰਵਾਇਆ ਗਿਆ ਸੀ ਟਿਮ ਉੱਪਲ ਜੀ ਕੋਲੋਂ, ਉਹ ਵੀ ਇੱਕ ਮੇਰੇ ਖਿਆਲ ਉਹਨਾਂ ਦੀ ਕੋਈ ਸਟਾਈਲ ਸੀ ਜਾਂ ਉਹਨਾਂ ਦਾ ਕੋਈ ਇਹ 'ਚ ਪਰਪਸ ਸੀ ਕਿ ਇੱਕ ਸਿੱਖ MP ਕੋਲੋਂ ਇੱਦਾਂ ਦਾ ਬਿੱਲ ਪੇਸ਼ ਕਰਵਾਇਆ ਜਾਵੇ ਜਿਹੜਾ ਕਿ ਮੁਸਲਿਮ ਭਾਈਚਾਰੇ ਉੱਤੇ ਜਾਂ ਮੁਸਲਿਮ ਧਰਮ ਉੱਤੇ ਬੇਸਿਕਲੀ ਅਟੈਕ ਹੋਵੇ। ਤੇ ਮੈਨੂੰ ਤਾਂ ਉਹ 'ਚ ਵੀ ਕੁਝ ਕੁਐਸਚਨ ਨੇ। ਹਾਂ, ਇਸ ਬਿੱਲ ਦੇ ਹੱਕ 'ਚ ਨਹੀਂ ਆ, ਪਰ ਪਰਮਿੰਦਰ ਜੀ ਨੂੰ ਮੈਂ 2 ਕੁਐਸਚਨ ਜ਼ਰੂਰ ਪੁੱਛਣਾ ਚਾਹੁੰਦਾ ਵਾਂ। ਪਰਮਿੰਦਰ ਜੀ, ਤੁਸੀਂ ਅੱਜ ਕਹਿ ਰਹੇ ਜੋ ਕਿ ਜਿਹੜੀ ਇਹ ਬਿੱਲ ਆ ਗਲਤ ਆ, ਮੈਂ ਵੀ ਤੁਹਾਡੇ ਨਾਲ ਸਹਿਮਤ ਆ। ਪਰ ਥੋੜੇ ਦਿਨ ਪਹਿਲਾਂ ਜਿਹੜੀ ਆਪਾਂ ਡਿਬੇਟ ਕੀਤੀ ਸੀ ਜਿੱਥੇ ਇੱਕ ਧਰਮ ਦੇ ਕਾਰਨ ਕੁਝ ਖਾਣ ਤੇ ਜਾਂ ਪਹਿਨ ਤੇ ਬੈਨ ਲਾਇਆ ਗਿਆ ਸੀ ਤੇ ਉਹ ਦੂਜੇ ਧਰਮ ਦੇ ਲੋਕਾਂ ਨੂੰ ਪਸੰਦ ਨਹੀਂ ਸੀ, ਉਦੋਂ ਤੁਸੀਂ ਉਹ ਬੈਨ ਦੀ ਵਕਾਲਤ ਕਰ ਰਹੇ ਸੀ। ਮੈਨੂੰ ਇਹ ਤੁਹਾਡਾ ਸਟੈਂਡ ਨਹੀਂ ਸਮਝ ਆਇਆ ਕਿਉਂਕਿ ਉਦੋਂ ਵੀ ਦੂਜੇ ਇੱਕ ਧਰਮ ਵਾਸਤੇ ਦੂਜੇ ਧਰਮਾਂ ਉੱਤੇ ਚੀਜ਼ ਥੋਪੀ ਗਈ ਸੀ। ਅੱਜ ਵੀ ਜੇ ਵੇਖੀਏ ਤੇ ਮੁਸਲਿਮ ਧਰਮ ਵਾਲਿਆਂ ਨੂੰ ਇੱਕ ਚੀਜ਼ ਕਰਨ ਤੋਂ ਮਨਾ ਕੀਤਾ ਜਾ ਰਿਹਾ ਵਾ। ਅੱਜ ਤੁਸੀਂ ਕਿੱਦਾਂ ਫੇਵਰ ਕਰ ਸਕਦੇ ਹੋ ਜਦੋਂ ਤੁਸੀਂ ਉਦੋਂ ਅਪੋਜ਼ ਕਰ ਰਹੇ ਸੀ, ਉਦੋਂ ਤੁਸੀਂ ਇਹਦਾ ਫੇਵਰ ਕਰ ਰਹੇ ਸੀ? ਓਕੇ, ਮੈਂ ਬਿਲਕੁਲ ਇਸ ਚੀਜ਼ ਦਾ ਜਵਾਬ ਹਰਪ੍ਰੀਤ ਜੀ ਦੇਣਾ ਚਾਹੂੰਗਾ। ਮੈਂ ਉਸ ਦਿਨ ਵੀ ਇੱਕ ਧਰਮ ਦੀ ਰਿਸਪੈਕਟ ਦੇ ਲਈ ਮੈਂ ਕਿਹਾ ਸੀਗਾ ਕਿ ਦੂਜੇ ਧਰਮਾਂ ਦਾ ਕੀ ਮੈਂ ਹਰਪ੍ਰੀਤ ਜੀ ਮੈਂ ਉਦੋਂ ਇਹ ਗੱਲ ਕਹੀ ਸੀ ਕਿ ਇਹ ਐਜ਼ ਅ ਭਾਵਨਾ ਦੇ ਤੌਰ ਤੇ, ਐਜ਼ ਅ ਰਿਸਪੈਕਟ ਦੇ ਤੌਰ ਤੇ ਸਾਨੂੰ ਮੀਟ ਜਿਹੜਾ ਹੈ ਉਸ ਦਿਨ ਅਗਰ ਸਲੌਟਰ ਹੈਗਾ ਉਸ ਦਿਨ ਬੈਨ ਹੋਣਾ ਚਾਹੀਦਾ ਤੇ ਜਸਟ ਐਜ਼ ਅ ਕਹਿ ਸਕਦੇ ਇੱਕ ਰਿਸਪੈਕਟ ਜਿਹੜੀ ਦਿੱਤੀ ਦੂਸਰੇ ਧਰਮ ਨੂੰ ਦੇਣ ਦੇ ਲਈ ਮੈਂ ਗੱਲ ਕੀਤੀ ਸੀਗੀ। ਮੈਂ ਉੱਥੇ ਇਹ ਨਹੀਂ ਕਿਹਾ ਸੀਗਾ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਉਹਨਾਂ ਹਰਟ ਹੋਣ। ਇੱਥੇ ਬਿਲਕੁਲ ਇੱਕ ਧਾਰਮਿਕ ਭਾਵਨਾਵਾਂ ਹਰਟ ਹੋ ਰਹੀਆਂ ਆ ਔਰ ਬਹੁਤ ਬੁਰੇ ਤਰੀਕੇ ਨਾਲ ਹੋ ਰਹੀਆਂ ਆ ਹਰਪ੍ਰੀਤ ਜੀ ਇੱਥੇ। ਔਰ ਇਹ ਜਿਹੜੀ ਗੱਲ ਹੈਗੀ ਆ ਇਹ ਕੈਨੇਡਾ ਦੀ ਗੱਲ ਹੈਗੀ ਆ, ਇਹ ਹਿੰਦੁਸਤਾਨ ਦੀ ਗੱਲ ਨਹੀਂ ਹੈਗੀ। ਨਹੀਂ, ਪਰ ਆਈ ਅੰਡਰਸਟੈਂਡ ਹਿੰਦੁਸਤਾਨ ਦੀ ਗੱਲ ਨਹੀਂ ਹੈਗੀ। ਤੁਸੀਂ ਕੁਐਸਚਨ ਪੁੱਛਿਆ, ਜ਼ਰੂਰ ਪੁੱਛਿਆ, ਪਰ ਤੁਹਾਡਾ ਆਨਸਰ ਵੀ ਕਿਤੇ ਨਾ ਕਿਤੇ ਕਹਿੰਦਾ ਸੀ ਕਿ ਬਿੱਲ ਵੀ ਗਲਤ ਸੀਗਾ।
ਤੁਸੀਂ ਪਰਮਿੰਦਰ ਸਿੰਘ ਦੀ ਉਹ ਸਾਈਡ ਲਈ ਸੀ ਕਿ ਜਿਹੜਾ ਬਿੱਲ ਲਿਆਂਦਾ ਗਿਆ ਸੀ, ਚਾਹੇ ਟਿਮ ਉੱਪਲ ਮਲਟੀਕਲਚਰਿਜ਼ਮ ਮਿਨਿਸਟਰ ਨੇ ਚਾਹੇ ਸਿੱਖ ਨੇ, ਲੈਟਸ ਲੀਵ ਦੈਟ ਅਲੋਨ, ਪਰ ਤੁਸੀਂ ਦੋਨੇ ਇਸ ਗੱਲ ਨਾਲ ਸਹਿਮਤ ਹੋ ਕਿ ਬਿੱਲ ਗਲਤ ਸੀਗਾ। ਹੁਣ ਆਈ ਵਾਂਟ ਟੂ ਆਰਗੂ ਕਿ ਵਾਈ ਬਿੱਲ ਵਾਸ ਰੋਂਗ, ਵਾਈ ਯੂ ਸੇ ਕਿ ਬਿੱਲ ਵਾਸ ਰੋਂਗ, ਹਰਪ੍ਰੀਤ ਜੀ। ਓਕੇ ਦਵਿੰਦਰ ਜੀ, ਦੇਖੋ ਜਿਹੜੇ ਲੇਡੀ ਨੇ ਜਿਨ੍ਹਾਂ ਨਾਲ ਕੇਸ ਹੋਇਆ ਸੀ, ਬੇਸਿਕਲੀ ਉਹਨਾਂ ਨੇ ਆਪਣਾ ਨਕਾਬ ਲਾਉਣ ਤੋਂ ਮਨਾ ਕਰਤਾ ਸੀ ਜਿੱਥੇ ਵੀ ਜੱਜ ਸੀ ਜਾਂ ਉਹਨਾਂ ਸਾਹਮਣੇ ਜਾਂ ਫੋਟੋ ਖਿਚਾਉਣੀ ਸੀ। ਜਦੋਂ ਪਬਲਿਕ ਵਿੱਚ ਗਏ ਤਾਂ ਉਹਨਾਂ ਬੇਸਿਕਲੀ ਕੀ ਕਹਿੰਦੇ ਆਖਿਆ ਸੀ ਕਿ ਮੈਨੂੰ ਇੱਥੇ ਨਕਾਬ ਲਾਉਣ ਨੂੰ ਨਾ ਆਖਿਆ ਜਾ ਕਿਉਂਕਿ ਮੈਂ ਪਬਲਿਕ ਵਿੱਚ ਆ। ਜੇ ਉਹਨਾਂ ਨੇ ਬੇਸਿਕਲੀ ਇੱਥੇ ਜੇ ਆਪਾਂ ਅੰਡਰਸਟੈਂਡ ਕਰੀਏ, ਜੇ ਕੋਈ ਸਿਕਿਉਰਿਟੀ ਰੀਜ਼ਨ ਹੋਵੇ ਤਾਂ ਉਹ ਕੋਆਪਰੇਟ ਸੋ ਬੇਸਿਕਲੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੈਨੇਡੀਅਨ ਲਾ ਸੀ ਉਸ ਵੇਲੇ, ਉਸ ਨੂੰ ਚਾਰਟਰ ਰਾਈਟ ਦੇ ਅਕੋਰਡਿੰਗਲੀ ਜਿਹੜੇ ਰਿਲੀਜਨ ਦੀ ਜਿਹੜੀ ਰਿਸਪੈਕਟ ਆ ਉਹ ਕਰਨੀ ਚਾਹੀਦੀ ਸੀ, ਕਿਉਂਕਿ ਫਰੀडम ਆਫ ਜਿਹੜੀ ਰਿਲੀਜਨ ਆ ਉਹ ਉੱਥੇ ਫੁੱਲਫਿਲ ਨਹੀਂ ਸੀ ਹੁੰਦੀ, ਕਿਉਂਕਿ ਰਿਲੀਜਨ ਦੇ ਅਕੋਰਡਿੰਗਲੀ ਨਕਾਬ ਪਹਿਨਣਾ ਚਾਹੁੰਦਾ ਸੀ। ਪਰ ਦੋਹਾਂ ਨੂੰ ਹੀ ਕੁਐਸਚਨ ਕਿ ਕੈਨੇਡੀਅਨ ਵੈਲਿਊਜ਼ ਕਿੱਥੇ ਰਹੀਆਂ? women should have a freedom to do whatever they want. That's exactly it is. ਪਰ ਦਵਿੰਦਰ ਜੀ ਠੀਕ ਆ, ਤੁਹਾਡਾ ਸਵਾਲ ਬਿਲਕੁਲ ਸਹੀ ਹੈਗਾ। ਕੈਨੇਡੀਅਨ ਵੈਲਿਊਜ਼ ਕਿੱਥੇ ਗਈਆਂ? ਵੂਮਨ ਸ਼ੁੱਡ ਹੈਵ ਦਾ ਫਰੀडम, ਪਰ ਉਹਦੇ ਨਾਲ ਦੀ ਨਾਲ ਇੱਕ ਪਰਸਨਲ ਚੁਆਇਸ ਵੀ ਹੈਗੀ ਆ। ਮੁਸਲਿਮ ਔਰਤਾਂ ਨੂੰ ਪਰਸਨਲ ਚੁਆਇਸ ਹੈਗੀ ਉਹਨਾਂ ਦੀ ਕਿ ਉਹ ਨਕਾਬ ਪਾਉਂਦੀਆਂ ਆ। ਉਸ ਤੋਂ ਇਲਾਵਾ ਸਾਡੇ ਜੇ ਮੁਸਲਿਮ ਔਰਤਾਂ ਨੂੰ ਛੱਡ ਵੀ ਦਈਏ, ਸਿੱਖ ਧਰਮ ਦੇ ਵਿੱਚ ਵੀ ਸਿੱਖ ਔਰਤਾਂ ਕੋਲ ਵੀ ਚੁਆਇਸ ਹੈਗੀ ਆ ਕਿ ਉਹਨਾਂ ਨੇ ਸਿਰ ਤੇ ਦਸਤਾਰ ਸਜਾਉਣੀ ਹੈ ਜਾਂ ਚੁੰਨੀ ਲੈਣੀ ਆ। Taking the oath during the citizenship ceremony, it's not a religious function. Do you agree? That's Yes, right. I do agree. Canadian values ਜਿਹੜੀਆਂ ਨੇ ਉਹ citizenship ਕਰਕੇ ਤੁਸੀਂ ਅਡਾਪਟ ਕਰਨਾ ਚਾਹੁੰਦੇ ਹੋ। ਪਰ ਦਵਿੰਦਰ Do you agree so far? ਨਹੀਂ, ਇਹ ਕੈਨੇਡੀਅਨ ਬਿਲਕੁਲ ਵੈਲਿਊ ਅਡਾਪਟ ਕਰਨਾ ਅਡਾਪਟ ਚਾਹੁੰਦੇ ਆ। ਕਰਨਾ ਨਹੀਂ ਚਾਹੁੰਦੇ, ਅਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਹਾਂ, ਰਾਈਟ? ਕੈਨੇਡੀਅਨ ਸਿਟੀਜ਼ਨਸ਼ਿਪ ਲੈ ਕੇ ਕੈਨੇਡੀਅਨ ਦੇ ਜਿਹੜਾ ਹਾਂਜੀ। ਕਨਸਟੀਟਿਊਸ਼ਨ ਆ ਉਹਦੀ ਸਹੁੰ ਚੁੱਕ ਰਹੇ ਹੋ। ਪਰ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਦੇ ਅਨੁਸਾਰ ਜਦੋਂ ਸਿਟੀਜ਼ਨਸ਼ਿਪ ਜੱਜ ਮਸਟ ਅਲਾਉ ਗ੍ਰੇਟੈਸਟ ਪੋਸੀਬਲ ਰਿਲੀਜੀਅਸ ਫਰੀडम, ਇੱਕ ਸਿਟੀਜ਼ਨਸ਼ਿਪ ਐਕਟ 'ਚ ਲਿਖਿਆ ਵਾ, ਜੱਜ ਸ਼ੁੱਡ ਅਲਾਉ ਗ੍ਰੇਟੈਸਟ ਪੋਸੀਬਲ ਰਿਲੀਜੀਅਸ ਫਰੀडम। ਤੇ ਜੇ ਹੁਣ ਤੁਸੀਂ ਫਰੀडम ਦੀ ਗੱਲ ਕੀਤੀ ਦਵਿੰਦਰ ਜੀ, ਜੇ ਕੋਈ ਨੂੰ ਜੇ ਫਰੀडम ਮਤਲਬ ਕਿ ਜਿਹੜੀ ਲੇਡੀ ਆ ਭਾਵੇਂ ਉਹ ਨਕਾਬ ਲੈਣਾ ਨਹੀਂ ਲੈਣਾ, she has a freedom, she has to decide. Okay, Not so Canadian so government. then basically judge can take her to the room, right? She can show the face. What's wrong with that? ਇਹ ਤੇ ਉਹਨਾਂ ਨੇ ਕਿਹਾ ਮੈਂ ਕਰਨ ਨੂੰ ਤਿਆਰ ਪਰ ਹਾਂ। ਜੇ ਕੱਲ ਨੂੰ ਰੌਲਾ ਪੈਂਦਾ ਕਿ woman can I don't have to show the face to the judge too, then basically you want to give the Canadian citizenship to the people who can be a fake. I don't know, if you can't see the face, they can be misusing it. ਬਿਲਕੁਲ ਅਸੀਂ ਇਹ ਗੱਲ ਮੰਨਦੇ ਹਾਂ, ਪਰ ਜਦੋਂ ਇਸ ਗੱਲ ਤੋਂ ਕੋਈ ਇਨਕਾਰ ਵੀ ਨਹੀਂ ਕਰ ਰਿਹਾ ਕਿ ਉਹ ਆਪਣੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਪ੍ਰੂਵ ਕਰ ਰਹੇ ਆ ਆਲਰੇਡੀ, ਉਹਦੇ ਲਈ ਕੋਈ ਇਨਕਾਰ ਨਹੀਂ ਕਰਦਾ ਪਿਆ। ਤੇ ਇੱਥੇ ਇਹਨਾਂ ਨੇ ਜਿਹੜਾ ਵੀ ਪਾਰਟ ਲਊਗਾ ਉਹ ਕੋਈ ਵੀ ਇਨਕਾਰ ਨਹੀਂ ਹੋਊਗਾ ਕਿ ਮੇਰੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਪ੍ਰੂਵ ਹੋਵੇ। ਜਿਹੜਾ ਬਲੈਂਕਟ ਬੈਨ ਲਾਇਆ ਗਿਆ ਸੀ ਉਹ ਵੀ ਗਲਤ ਸੀ, ਜਿਹੜੀ ਬਲੈਂਕਟ ਛੁੱਟ ਦਿੱਤੀ ਜਾ ਰਹੀ ਆ ਉਹ ਵੀ ਗਲਤ ਆ। ਡੂ ਯੂ ਐਗਰੀ? ਨਹੀਂ, ਪਰ ਦਵਿੰਦਰ ਜੀ ਉਹ ਇੱਥੇ ਇਹ ਕਹਿ ਰਹੇ ਨੇ ਕਿ ਜੇ ਜੱਜ ਨੇ ਮੇਰਾ ਫੇਸ ਵੇਖਣਾ ਮੈਨੂੰ ਕੋਈ ਪ੍ਰੋਬਲਮ ਨਹੀਂ ਆ। ਉਹ ਕਹਿ ਰਹੇ ਨੇ ਕਿ ਉਹ ਮਤਲਬ ਕਿ ਜੇ ਇਦਾਂ ਦੀ ਕੋਈ ਵੀ ਪੋਸਿਬਿਲਿਟੀ ਆ ਕੋਈ ਸਿਕਿਉਰਿਟੀ ਕਾਰਨ ਆਈ ਐਮ ਵਿਲਿੰਗ ਟੂ ਟੇਕ ਮਾਈ ਨਕਾਬ ਆਫ, ਪਰ ਜਦੋਂ ਪਬਲਿਕ ਵਿੱਚ ਆ ਜਾਂਦੇ who will take a chance? 82% Canadians are in favor of banning the people who wear the ਜਿਹੜਾ ਬੁਰਕਾ ਜਾਂ ਜਿਹੜਾ ਪਾਟੇ ਜਾਂਦੇ ਨੇ, ਫੇਸ ਕਵਰਿੰਗਸ ਜਾਂਦੇ ਨੇ। 82% Canadians agree that they shouldn't be allowed. So government, how they can tell those people that it is okay now? ਬਟ ਹੁਣ ਇਹ ਡਿਪੈਂਡ ਕਰਦਾ ਦਵਿੰਦਰ ਜੀ ਸਰਵੇ ਕਿੱਥੇ ਹੋਇਆ ਵਾ, ਕੈਨੇਡਾ ਦੇ ਕਿਹੜੀ ਏਰੀਆ ਵਿੱਚ ਹੋਇਆ? ਨਹੀਂ, ਪਰ ਕੈਨੇਡਾ ਵਿੱਚ ਕਿਹੜੇ ਏਰੀਆ ਵਿੱਚ ਹੋਇਆ ਵਾ? So you That also depends. you think survey is wrong? No, I'm not saying survey is wrong. So ਤੁਹਾਨੂੰ ਪਤਾ ਦਵਿੰਦਰ ਜੀ ਸਰਵੇ ਡਿਪੈਂਡਸ ਔਨ ਏਰੀਆ ਕਿਹੜੇ ਨੇ, ਕਿਹੜੇ ਭਾਈਚਾਰੇ ਵਿੱਚ ਹੋਇਆ ਵਾ, ਇਟ ਆਲ ਡਿਪੈਂਡਸ ਔਨ So that. basically religious symbol depends on the importance. ਜਦੋਂ ਇੱਥੇ ਫੇਸ ਕਵਰਿੰਗ ਦੀ ਗੱਲ ਕਰਦੇ ਆ, ਕਦੇ ਗੱਲ ਕਿਰਪਾਨ ਦੀ ਆ ਜਾਂਦੀ ਆ, ਤੇ ਜਦੋਂ ਰੂਲਸ ਬਣੇ ਹੋਏ ਨੇ, ਜਦੋਂ ਤੁਸੀਂ 에ਅਰਪੋਰਟ ਤੇ ਫਲਾਈ ਕਰਕੇ ਜਾਣਾ, you think you can fly without showing your face? ਨਹੀਂ, ਬਿਲਕੁਲ ਤੁਹਾਨੂੰ ਫੇਸਬੁੱਕ ਹੋਣਾ ਚਾਹੀਦਾ। ਫਿਰ ਉੱਥੇ ਰਿਲੀਜੀਅਸ ਫਰੀडम ਕਿੱਥੇ ਜਾਂਦੀ ਆ? ਪਰ ਦੇਖੋ ਸਿਕਿਉਰਿਟੀ ਰੀਜ਼ਨ ਕਰਕੇ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਮੈਂ ਇੱਥੇ ਜਦੋਂ ਵੀ ਮੈਨੂੰ ਫੇਸ ਲਾਉਣ ਨੂੰ ਆਖਿਆ ਗਿਆ ਜੱਜ ਸਾਹਮਣੇ ਮੈਂ ਲਾਇਆ, ਪਰ ਉਹਨਾਂ ਮਨਾ ਕੀਤਾ ਸੀ ਜਦੋਂ ਉਹਨਾਂ ਪਬਲਿਕ ਵਿੱਚ ਤੇ ਓਥ ਲੈਂਦੇ ਸੀ, ਉੱਥੇ ਗਏ ਸੀ, ਓਥ ਲੈਣ ਦੀ ਗੱਲ ਆਈ ਸੀ, ਉਹਨਾਂ ਉੱਥੇ ਮਨਾ ਕੀਤਾ ਸੀ ਕਿ ਆਮ ਇਨ ਪਬਲਿਕ ਨਾਓ। ਬਿਕੋਜ਼ ਜਦੋਂ ਤੁਸੀਂ ਸਿਟੀਜ਼ਨਸ਼ਿਪ ਸੈਰਾਮਨੀ ਜਾਂਦੇ ਜੋ ਦਵਿੰਦਰ, ਤੁਸੀਂ ਇੱਕ ਵਾਰ ਐਂਟਰ ਹੋ ਜਾਂਦੇ ਜੋ, ਤੁਹਾਡਾ ਇੱਕ ਵਾਰ ਸਿਕਿਉਰਿਟੀ ਚੈੱਕ ਕਰ ਲਿਆ, ਜੱਜ ਨੇ ਤੁਹਾਡੇ ਨਾਲ ਗੱਲ ਕਰ ਲਈ, ਯੂ ਆਰ ਇਨ ਦ ਸੇਮ ਰੂਮ, ਉੱਥੇ ਬੰਦਾ ਤੇ ਨਹੀਂ ਚੇਂਜ ਹੋਣਾ ਨਕਾਬ ਲੈਣ ਨਾਲ। So but before giving the citizenship all the rights to be a Canadian citizen, do you think judge has authority to look at the person who that person he or she is? ਬਿਲਕੁਲ ਜੀ, ਬਿਲਕੁਲ ਹੈਗੀ ਹੈ। ਬਿਲਕੁਲ
ਬਿਲਕੁਲ ਦਵਿੰਦਰ ਜੀ, ਅਸੀਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਵੀ ਲੈ ਲੈਂਦੇ ਆ। ਜੇ ਕੋਈ ਬੰਦਾ ਡਾਕਟਰ ਕੋਲ ਵੀ ਜਾਂਦਾ, ਹੁਣ ਡਾਕਟਰ ਨੇ ਇਲਾਜ ਕਰਨਾ ਆ ਤੇ ਜੇ ਹੁਣ ਕੋਈ ਪ੍ਰੋਬਲਮ ਉਹਨਾਂ ਦੇ ਮੂੰਹ ਦੇ ਵਿੱਚ ਹੈਗੀ ਆ ਤੇ ਉਸ ਟਾਈਮ ਦੇ ਉੱਤੇ ਡਾਕਟਰ ਨੇ ਚਿਹਰਾ ਤਾਂ ਦੇਖਣਾ ਹੀ ਆ। ਸੋ ਅਗਰ ਇੱਕ ਤੁਸੀਂ ਅਥਾਰਟੀ ਇੱਕ ਜਾਂ ਇੱਕ ਆਫੀਸ਼ੀਅਲ ਕਾਰਵਾਈ ਦੇ ਲਈ ਅਗਰ ਤੁਸੀਂ ਜਾ ਰਹੇ ਹੋ ਤੇ ਉੱਥੇ ਤੁਹਾਨੂੰ ਆਪਣੀ ਆਇਡੈਂਟੀਟੀ ਪ੍ਰੂਵ ਕਰਨ ਦੇ ਲਈ ਤੁਹਾਨੂੰ ਆਪਣਾ ਚਿਹਰਾ ਤੇ ਦਿਖਾਉਣਾ ਹੀ ਪੈਣਾ ਆ। ਸੋ ਉਹਦੇ ਵਿੱਚ ਅਸੀਂ ਕੋਈ ਹੋਰ ਆਪਸ਼ਨਸ ਅਵੇਲੇਬਲ ਹੈ ਨਹੀਂ ਗੀਆਂ। ਸੋ ਇੱਥੇ ਤੁਸੀਂ ਕਹਿ ਸਕਦੇ ਹੋ ਕਿ ਜੱਜ ਹੈਜ਼ ਦਾ ਅਥਾਰਟੀ ਕਿ ਹਾਂਜੀ ਜਿਹੜੇ ਵੀ ਪਰਸਨ ਹੈਗਾ ਆ ਉਹਨਾਂ ਨੂੰ ਸੈਪਰੇਟ ਲਿਜਾ ਕੇ ਉਹ ਉਹਨਾਂ ਦੀ ਆਇਡੈਂਟੀ ਜਿਹੜੀ ਆ ਕਨਫਰਮ ਕਰ ਸਕਦੇ ਆ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਹੁਣ ਓਥ ਲੈਣੀ ਹੈਗੀ ਆ, ਓਥ ਦੇ ਵਿੱਚ ਤਾਂ ਹੁਣ ਸਾਰੇ ਜਣੇ ਹੈਗੇ ਆ ਉੱਥੇ, ਕਹਿ ਸਕਦੇ ਆ ਪੂਰਾ ਕਰਾਊਡ ਹੈਗਾ ਆ ਤੇ ਉਹ ਪਬਲਿਕ ਪਲੇਸ ਬਣ ਜਾਂਦਾ ਇੱਕ, ਤੇ ਉੱਥੇ ਤੁਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿ ਹਾਂਜੀ ਤੁਸੀਂ ਆਪਣੀ ਜਿਹੜੀ ਰਿਲੀਜੀਅਸ ਹੈਡ ਕਵਰਿੰਗ ਹੈਗੀ ਆ ਉਹ ਉਤਾਰੋ। ਸੋ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਇਲੀਗਲ ਲਾ ਸੀਗਾ ਤਾਂ ਜਿਹੜੀ ਪਾਰਟੀ ਨੇ ਇਹ ਲਾ ਬਣਾਇਆ ਸੀ ਉਸ ਨੂੰ ਵੋਟਾਂ ਦੇ ਵਿੱਚ ਨੁਕਸਾਨ ਹੋਊਗਾ? ਬਿਲਕੁਲ ਦਵਿੰਦਰ ਜੀ, ਹੋਣਾ ਚਾਹੀਦਾ ਹੈ। ਔਰ ਮੈਂ ਇਹ ਸਮਝਦਾ ਕਿ ਜੇ ਇਹ ਬਿੱਲ ਅੱਗੇ ਵੀ ਲੈ ਕੇ ਆਂਦਾ ਗਿਆ ਤੇ ਉਹ ਇੱਕ ਮਲਟੀਕਲਚਰਲਿਜ਼ਮ ਮਿਨਿਸਟਰ ਦੇ ਨਾਂ ਦੇ ਉੱਤੇ ਇੱਕ ਸਿੱਖ ਭਾਈਚਾਰੇ ਦੇ ਮਿਨਿਸਟਰ ਤੋਂ ਇਹ ਲਾਅ ਆਪਣੇ ਇਹ ਬਿੱਲ ਅੱਗੇ ਲੈ ਕੇ ਆਂਦਾ ਗਿਆ। ਸੋ ਸਿਰਫ ਤੇ ਸਿਰਫ ਕਿਸੇ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਚਲਾਈ ਗਈ ਆ। ਪਰ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਜਿੱਦਾਂ ਪਰਮਿੰਦਰ ਤੁਸੀਂ ਕਹਿ ਰਹੇ ਹੋ ਨੁਕਸਾਨ ਹੋਊਗਾ, ਆਈ ਡੋਂਟ ਥਿੰਕ ਕਿ ਇਹਦੇ ਨਾਲ ਮੈਂ ਤੁਸੀਂ ਸ਼ੋਰ ਹੋ ਸਕਦੇ ਨੁਕਸਾਨ ਹੋਊਗਾ। ਇੱਕ ਗਵਰਨਮੈਂਟ ਦਾ ਕੰਸਰਨ ਸੀ, ਸਿਕਿਉਰਿਟੀ ਰੀਜ਼ਨ ਕਰਕੇ ਉਹਨਾਂ ਨੇ ਬਿੱਲ ਲਿਆਂਦਾ ਸੀ, ਠੀਕ ਹੈ। ਜੇ ਬਿੱਲ ਉਹਨਾਂ ਦਾ ਹਟ ਗਿਆ, ਜੇ ਤੁਸੀਂ ਇੱਥੇ ਵੇਖੋ ਜੋ ਦਵਿੰਦਰ ਜੀ ਤੁਸੀਂ ਨੰਬਰ ਦਿੱਤੇ ਸੀ ਕਿ 82% ਕੈਨੇਡੀਅਨ ਐਗਰੀ, ਤੇ ਜੇ ਉਹਨਾਂ ਦੇ ਮੁਸਲਿਮ ਵੋਟ ਟੁੱਟਣਗੇ ਵੀ ਤੇ ਉਹਨਾਂ ਦੇ ਦੂਜੇ ਵੋਟ ਉੱਤੇ ਵੀ ਜਾਣਗੇ ਪਰਮਿੰਦਰ ਸਿੰਘ ਜੀ। ਆਈ ਡੋਂਟ ਥਿੰਕ ਕਿ ਇਸ ਇਸ਼ੂ ਕਰਕੇ ਕੰਜ਼ਰਵੇਟਿਵ ਦਾ ਨੁਕਸਾਨ ਹੋਊਗਾ। ਇਹਦੇ ਨਾਲ ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ ਉਹਨਾਂ ਦੇ ਵੋਟ ਟੁੱਟਣਗੇ, ਪਰ ਜਿੱਦਾਂ ਦਵਿੰਦਰ ਜੀ ਨੇ ਦੱਸਿਆ 82% ਕੈਨੇਡੀਅਨ ਮੰਨਦੇ ਨੇ ਕਿ ਇਹ ਹੋਣਾ ਚਾਹੀਦਾ, ਮਤਲਬ ਉਹਨਾਂ ਨੂੰ ਉਹ ਵੋਟ ਉੱਤੇ ਵੀ ਜਾਣਗੇ। ਸੋ ਵਾਟ ਵੀ ਐਕਸਪੈਕਟ ਨਾਓ ਕਿ ਸਟੀਵਨ ਹਾਰਪਰ ਇਸ ਜਿਹੜਾ ਕੋਰਟ ਦੀ ਰੂਲਿੰਗ, ਐਕਚੁਅਲੀ ਕੋਰਟ ਦਾ ਡਿਸੀਜਨ ਆ, ਇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਣਗੇ ਜਾਂ ਨਹੀਂ? I think conservative should stick to their point, ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਵਾ। ਓਕੇ, ਸੋ ਪਰਮਿੰਦਰ ਸਿੰਘ ਜੀ, ਜੇ ਇਸ ਨੂੰ ਕਿਹਾ ਜਾਵੇ ਕਿ ਇੱਕ ਜਿਹੜੀ ਬੇਸਿਕ ਜ਼ਰੂਰਤ ਆ, ਇਹ ਬੇਸਿਕ ਜ਼ਰੂਰਤ ਆਜ਼ਾਦੀ ਦੀ ਹੋਈ ਆ ਜਾਂ ਲਾ ਦੀ? ਦਵਿੰਦਰ ਜੀ, ਮੈਂ ਇਹ ਸਮਝਦਾ ਦੋਨੋਂ ਹੀ ਇੱਥੇ ਜਿਹੜੀ ਆ ਉਹ ਜਿੱਤ ਹੋਈ ਆ। ਲਾਅ ਵੀ ਆਪਣੀ ਜਗ੍ਹਾ ਜਿਹੜਾ ਪਹਿਲਾਂ ਬਣਾਇਆ ਗਿਆ ਹੈਗਾ ਆ ਉਹ ਜਿਹੜਾ ਆਪਣੀ ਰਿਲੀਜਨ ਨੂੰ ਜਾਂ ਰਿਲੀਜੀਅਸ ਰਿਸਪੈਕਟ ਦੇਣ ਦੇ ਲਈ ਜਿਹੜਾ ਲਾਅ ਬਣਿਆ ਹੋਇਆ ਉਹਦੀ ਵੀ ਜਿੱਤ ਹੋਈ ਆ। ਉਹਦੇ ਨਾਲ ਦੇ ਨਾਲ ਫਰੀडम, ਜਿਹੜੀ ਰਿਲੀਜੀਅਸ ਫਰੀडम ਹੈਗੀ ਆ, ਉਸ ਦੀ ਵੀ ਜਿੱਤ ਹੋਈ ਆ। ਸੋ ਟੈਕਨੀਕਲੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇਹ ਜ਼ੁਨੈਰਾ ਇਸ਼ਕ ਨਾਂ ਦੀ 29 ਸਾਲਾ ਪਾਕਿਸਤਾਨੀ ਔਰਤ ਸੀ ਜੋ ਓਨਟਾਰੀਓ ਦੇ ਵਿੱਚ 2008 ਦੇ ਵਿੱਚ ਮੂਵ ਹੋਈ ਸੀ, ਇਹ ਜਿਹੜਾ ਡਿਸੀਜਨ ਹੈ ਐਪਲੀਕੇਬਲ ਟੂ ਹਰ ਔਰ ਇਟਸ ਐਪਲੀਕੇਬਲ ਟੂ ਆਲ ਦ ਪੀਪਲ ਹੂ ਆਰ ਗੋਇੰਗ ਟੂ ਟੇਕ ਦ ਸੈਰੇਮਨੀ, ਓਥ ਸੈਰੇਮਨੀ ਤੇ ਨਿਕਾਬ ਪਹਿਨ ਕੇ ਲੈ ਕੇ ਆਉਣਗੇ ਉਹ? ਦਵਿੰਦਰ ਜੀ, ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਇਹ ਜਿਹੜਾ ਹੁਣ ਕੋਰਟ ਦਾ ਫੈਸਲਾ ਆਇਆ ਇਹ ਸਾਰਿਆਂ ਲਈ ਲਾਗੂ ਹੋਊਗਾ ਜਿਨ੍ਹਾਂ ਨੇ ਵੀ ਅੱਗੇ ਓਥ ਲੈਣੀ ਹੈਗੀ ਆ ਜਾਂ ਕੋਈ ਵੇਟ ਕਰਦੇ ਪਏ ਆ ਜੇ ਓਥ ਲੈਣ ਦੇ ਲਈ, ਤੇ ਉਹਨਾਂ ਸਾਰਿਆਂ ਉੱਤੇ ਇਹ ਜਿਹੜਾ ਇਹ ਲਾਅ ਜਿਹੜਾ ਲਾਗੂ ਹੋਊਗਾ। ਔਰ ਮੈਂ ਇਹ ਵੀ ਸਮਝਦਾ ਕਿ ਜਿਹੜਾ ਕੋਰਟ ਹੈਗਾ ਆ, ਕੋਰਟ ਨੇ ਆਪਣਾ ਡਿਸੀਜਨ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸੁਣਾਇਆ। ਪਹਿਲਾਂ ਜੇ ਲੋਅਰ ਕੋਰਟ ਦੇ ਵਿੱਚ ਵੀ ਇਹ ਫੈਸਲਾ ਦਿੱਤਾ ਗਿਆ ਕਿ ਹਾਂਜੀ ਇਹ ਬਿਲਕੁਲ ਸਹੀ ਜਿਹੜਾ ਤਰੀਕਾ ਇਹੀ ਹੈਗਾ ਕਿ ਅਸੀਂ ਰਿਲੀਜੀਅਸ ਫਰੀडम ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਰ ਕਿਸੇ ਰਿਲੀਜਨ ਦੀ ਰਿਸਪੈਕਟ ਜਿਹੜੀ ਆ ਉਹ ਪ੍ਰੋਪਰ ਤਰੀਕੇ ਨਾਲ ਕਰੀਏ। ਤੇ ਹੁਣ ਉਸ ਤੋਂ ਬਾਅਦ ਅੱਜ ਕੋਰਟ ਆਫ ਅਪੀਲ ਦੇ ਵਿੱਚ ਵੀ ਇਹ ਸੇਮ ਉਹੀ ਰੂਲ ਜਿਹੜਾ ਆ, ਉਹੀ ਰੈਗੂਲੇਸ਼ਨ ਜਿਹੜੀ ਪਹਿਲਾਂ ਸੁਣਵਾਈ ਗਈ ਸੀਗੀ, ਉਹ ਸੇਮ ਜਿਹੜਾ ਲਾਅ ਫੈਸਲਾ ਸੀਗਾ ਉਹ ਬਰਕਰਾਰ ਰੱਖਿਆ ਗਿਆ। ਸੋ ਟਿਮ ਉੱਪਲ ਜੀ ਦੀ ਗੱਲ ਕੀਤੀ ਜਾਵੇ ਕਿ ਟਿਮ ਉੱਪਲ ਜੀ ਇਸ ਲਾਅ ਦੇ ਹੁਣ ਕੋਰਟ ਵੱਲੋਂ ਇਸ ਨੂੰ ਨਕਾਰ ਦਿੱਤੇ ਜਾਣ ਤੋਂ ਬਾਅਦ ਇਸ ਜਿਹਾ ਬਿੱਲ ਕੋਈ ਹੋਰ ਲੈ ਕੇ ਆ ਸਕਦੇ ਨੇ ਜਾਂ ਨਹੀਂ? ਹਰਪ੍ਰੀਤ ਜੀ। ਦਵਿੰਦਰ ਜੀ, ਗੱਲ ਤੇ ਹੈ ਕਿ ਟਿਮ ਉੱਪਲ ਜੀ ਹੁਣ ਜਾਂ ਕੰਜ਼ਰਵੇਟਿਵ ਪਾਵਰ ਚ ਆਉਣਗੇ ਨਹੀਂ, ਸ਼ਾਇਦ ਉਸ ਤੋਂ ਬਾਅਦ ਆਪਾਂ ਬਿੱਲ ਦੀ ਗੱਲ ਕਰ ਸਕਦੇ ਹਾਂ। ਤੇ ਬਟ ਹਾਂ, ਜੇ ਕੰਜ਼ਰਵੇਟਿਵ ਪਾਵਰ ਚ ਆਉਂਦੇ ਨੇ ਤੇ ਜੇ ਇਸ ਤੋਂ ਬਾਅਦ ਵੀ ਆਉਂਦੇ ਨੇ, ਆਈ ਥਿੰਕ ਕਿ ਕੰਜ਼ਰਵੇਟਿਵਸ ਵਿਲ ਉਹ ਇਸ ਤੋਂ ਜ਼ਿਆਦਾ ਸਟ੍ਰਿਕਟ ਲਾਜ਼ ਲਿਆਉਣਗੇ। ਤੇ ਕਿਉਂਕਿ ਜੇ ਆਪਾਂ ਵੇਖੀਏ ਸਟੀਫਨ ਹਾਰਪਰ ਜੀ ਸਿਕਿਉਰਿਟੀ ਨੂੰ ਲੈ ਕੇ ਕਾਫੀ ਜ਼ਿਆਦਾ ਕੰਸਰਨ ਨੇ, ਤੇ ਆਈ ਥਿੰਕ ਉਹ ਕਾਫੀ ਇਦਾਂ ਦੇ ਬਿੱਲ ਹੋਰ ਵੀ ਲਿਆ ਸਕਦੇ ਆ। ਆਈ ਐਮ ਨਾਟ ਸੇਇੰਗ ਕਿ ਕੰਜ਼ਰਵੇਟਿਵ ਪਾਰਟੀ ਕੇ ਧਰਮ ਤੇ ਅਟੈਕ ਕਰ ਰਹੀ ਆ, ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਜਦੋਂ ਬਿੱਲ ਲਿਆਂਦਾ ਸੀ ਉਹਨਾਂ ਨੇ ਦੱਸਿਆ ਸੀ ਜਿਹੜਾ ਨਕਾਬ ਆ ਇਹਦਾ ਰਿਲੀਜਨ ਮਤਲਬ ਕਿ ਰਿਲੀਜੀਅਸ ਵੈਲਿਊ ਉਹਨਾਂ ਕਹਿੰਦੇ ਸੀ ਨਹੀਂ ਹੈਗੀ, ਇਹ ਉਦਾਂ ਹੀ ਇੱਕ ਕਲਚਰਲ ਵੈਲਿਊ ਆ।
ਜਿੱਥੋਂ ਤੱਕ ਮੈਨੂੰ ਚੇਤਾ ਵਾ ਦਵਿੰਦਰ ਜੀ, ਇਫ ਆਮ ਰੋਂਗ ਪਲੀਜ਼ ਕਰੈਕਟ ਮੀ, ਤੇ ਸ਼ਾਇਦ ਉਹ ਇਦਾਂ ਦੇ ਹੋਰ ਵੀ ਸਟ੍ਰਿਕਟ ਲਾਅ ਲਿਆਉਣਗੇ, ਪਰ ਹਾਂਜੀ ਆਈ ਡੋਂਟ ਥਿੰਕ ਕਿ ਉਹਨਾਂ ਦਾ ਪਰਪਸ ਕਿਹਦੇ ਰਿਲੀਜਨ ਉੱਤੇ ਅਟੈਕ ਕਰਨਾ ਸੀ। ਹੋ ਸਕਦਾ ਕਿ ਇਨਡਾਇਰੈਕਟਲੀ ਕਿ ਨੂੰ ਇਹ ਲੱਗਦਾ ਹੋਵੇ ਜਾਂ ਉਹਨਾਂ ਨੇ ਹਰਟ ਕੀਤਾ ਹੋਵੇ, ਪਰ ਡਾਇਰੈਕਟਲੀ ਉਹਨਾਂ ਦੇ ਪਰਪਸ ਨਹੀਂ ਸੀ। ਪਰ ਜੇ ਕਿਤੇ ਨਾ ਕਿਤੇ ਜਿਹੜੇ ਕੈਨੇਡੀਅਨ ਰੂਲਸ ਬਣੇ ਨੇ ਉਹਨਾਂ ਨੂੰ ਚੈਲੰਜ ਕੀਤਾ ਗਿਆ ਤੇ ਕਿਤੇ ਨਾ ਕਿਤੇ ਕੈਨੇਡੀਅਨ ਰੂਲਸ ਮੈਂਡ ਕੀਤੇ ਗਏ ਇਹ ਜਿਹੇ ਰਿਲੀਜੀਅਸ ਫਰੀडम ਦੇਣ ਦੇ ਲਈ, ਕੀ ਫਿਊਚਰ ਦੇ ਵਿੱਚ ਹੋਰ ਕੈਨੇਡੀਅਨ ਰੂਲਸ ਵੀ ਬੈਂਡ ਕੀਤੇ ਜਾ ਸਕਦੇ ਨੇ ਕਿਸੇ ਹੋਰ ਧਾਰਮਿਕ ਚਿੰਨ੍ਹਾਂ ਦੀ ਸਹਾਰਾ ਲੈ ਕੇ? ਤਮਿਲ ਜੀ ਐਕਚੁਅਲੀ ਮੈਂ ਤੁਹਾਡੇ ਇੱਕ ਪਿਛਲੇ ਕੁਐਸਚਨ ਤੇ ਜਾਣਾ ਚਾਹੂੰਗਾ ਜੋ ਤੁਸੀਂ 에ਅਰਪੋਰਟ ਤੇ ਪੁੱਛਿਆ ਸੀ, ਕਿਉਂਕਿ ਜਦੋਂ ਉੱਥੇ ਸਿਕਿਉਰਿਟੀ ਚੈੱਕ ਹੁੰਦਾ ਵਾ, ਬੇਸਿਕਲੀ ਤੁਸੀਂ ਅੰਦਰ ਜਾਂਦੇ ਜੋ ਸਿਕਿਉਰਿਟੀ ਚੈੱਕ ਤੋਂ, ਉਹ ਇੱਕ ਪਬਲਿਕ ਪਲੇਸ ਹੈ ਰਾਈਟ, ਜਦੋਂ ਉੱਥੇ ਕਿਸੇ ਨੇ ਲਾ ਲਓ ਕਿ ਆਪਣਾ ਫੇਸ ਢਕਿਆ ਹੋਵੇ ਤੇ ਉੱਥੇ ਜਿਹੜੇ ਸਿਕਿਉਰਿਟੀ ਆਫੀਸਰ ਆ ਉਹ ਤੁਹਾਨੂੰ ਕਹਿ ਸਕਦੇ ਆ ਆਪਣਾ ਚਿਹਰਾ ਵਿਖਾਉਣ ਵਾਸਤੇ, ਤੇ ਉੱਥੇ ਜੋ ਹੁਣ ਇੱਥੇ ਇਸ਼ੂ ਆ ਰਿਹਾ ਕਿ ਪਬਲਿਕ ਫੇਸ ਅਸੀਂ ਨਹੀਂ ਵਿਖਾਵਾਂਗੇ, ਆਮ ਨਾਟ ਸ਼ੋਰ ਕਿ ਉਹਨੂੰ ਕਿੱਦਾਂ ਹੈਂਡਲ ਕੀਤਾ ਜਾਊਗਾ, ਬਿਕੋਜ਼ ਉਹ ਪਬਲਿਕ ਪਲੇਸ ਹੈ ਤੇ ਸਿਕਿਉਰਿਟੀ ਚੈੱਕ ਹੁੰਦਾ ਵਾ। You don't have a choice there, Harpreet ji. If you want to fly, you have to show your That's face. right. हाँ, ਇੱਥੇ ਵੀ you have a choice. If you don't want to become a Canadian citizen, don't show your face. Then why become a Canadian citizen if you don't want to follow the Canadian rules? ਪਰ ਮੈਂ ਤੁਹਾਨੂੰ ਉਹੀ ਪੁੱਛਦਾ ਸੀ ਕਿ ਜੇ ਹੁਣ ਆਪਾਂ ਇਹੀ ਕੇਸ ਲੈ ਲਈਏ, ਜੇ ਉੱਥੇ ਕਿ ਮੁਸਲਿਮ ਲੇਡੀ ਨੂੰ ਆਪਣੇ ਚਿਹਰੇ ਤੋਂ ਨਕਾਬ ਲਿਆਉਣ ਨੂੰ ਆਖਿਆ ਜਾਵੇ, ਕਿ ਉਹਨਾਂ ਨੂੰ ਅੱਡ ਫੈਸਿਲਿਟੀ ਦਿੱਤੀ ਜਾਂਦੀ ਹੈ ਜਿੱਥੇ ਜਾ ਕੇ ਉਹ ਮੂੰਹ ਵਿਖਾਉਂਦੇ ਨੇ? Of course not. Okay. Of course not. I think that's what it is. ਜਦੋਂ ਕੈਨੇਡੀਅਨ ਰੂਲਸ ਦੇ ਵਿੱਚ ਜਦੋਂ ਕੋਈ ਸਾਨੂੰ ਅਮੈਂਡ ਇੱਥੇ ਕਰਨ ਦੀ ਗੱਲ ਕਰਦੀ ਆ, ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਆ, ਅਸੀਂ ਸਿੱਖਾਂ ਦੇ ਪੱਗ ਦੀ ਗੱਲ ਕਰਦੇ ਆ, ਜਦੋਂ ਪੱਗਾਂ ਨੂੰ ਟੋਕ ਕਰਦੇ ਆ, ਆਫ ਕੋਰਸ ਜਿੰਨੀ ਸਾਡੀ ਰਿਸਪੈਕਟ ਸਿੱਖ ਲਈ ਟਰਬਨ ਦੀ ਆ ਜਾਂ ਮੁਸਲਿਮ ਔਰਤ ਲਈ ਨਿਕਾਬ ਦੀ ਆ, ਉਸ ਦੇ ਉੱਤੇ ਕੋਈ ਕੁਐਸਚਨ ਮਾਰਕ ਤਾਂ ਨਹੀਂ ਹੈਗਾ। ਪਰ ਜਦੋਂ ਤੁਸੀਂ ਵੈਸਟਰਨ ਕਲਚਰ ਦੇ ਵਿੱਚ ਆਉਂਦੇ ਹੋ, ਵੈਸਟਰਨ ਕਲਚਰ ਦੇ ਵਿੱਚੋਂ ਜਦੋਂ ਦੇਖਿਆ ਜਾਂਦਾ ਕਿ ਤੁਸੀਂ ਪੱਗ ਐਵੇਂ ਬੰਨੀ ਹੋਈ ਆ, ਪਰ ਅਸੀਂ ਰਿਲੀਜੀਅਸ ਫਰੀडम ਦੇ ਨਾਲ ਉਹਨਾਂ ਨੂੰ ਇਹ ਗੱਲ ਦੱਸਦੇ ਹਾਂ ਕਿ ਵੀ ਹੈਵ ਟੂ ਡੂ ਦਿਸ। ਰੂਲਸ ਤੇ ਨੈਸੈਸਿਟੀ ਬਣਾਈ ਜਾਂਦੀ ਆ, ਪਰ ਮੈਂ ਗੱਲ ਉੱਥੇ ਹੀ ਕਰਦਾ ਕਿ ਜਿੱਥੇ 에ਅਰਪੋਰਟ ਤੇ ਫਲਾਈ ਕਰਨ ਤੇ ਜਦੋਂ ਇਹ ਜੀ ਤੁਹਾਡੇ ਸਿਫਾਰਿਸ਼ ਨਹੀਂ ਲਈ ਜਾਊਗੀ, ਨਾ ਹੀ ਜੇ ਕੱਲ੍ਹ ਨੂੰ ਕੋਈ ਪੁਲਿਸ ਜਾਂ ਕੋਈ ਨਕਾਬ ਵਾਲੀ ਔਰਤ ਨੂੰ ਲੈਟਸ ਸੇ ਪੁੱਲ ਔਨ ਦ ਸਟਰੀਟ ਤੇ ਡਰਾਈਵਿੰਗ ਦੇ ਵਿੱਚ ਕੋਈ ਡਰਾਈਵਿੰਗ ਇਨਫਰੈਕਸ਼ਨ ਦੇ ਵਿੱਚ ਚਾਰਜ ਕਰਦੇ ਨੇ, ਸੋ ਆਈ ਥਿੰਕ ਸ਼ੀ ਹੈਜ਼ ਟੂ ਸ਼ੋ ਦ ਫੇਸ, ਸ਼ੀ ਹੈਜ਼ ਟੂ ਗੋ ਇਨ ਫਰੰਟ ਆਫ ਅ ਜੱਜ ਟੂ ਸ਼ੋ ਦ ਫੇਸ ਟੂ। ਦਵਿੰਦਰ ਜੀ ਇੱਕ ਮੈਨੂੰ ਇਸ਼ੂ ਹੋਰ ਚੇਤਾ ਆ ਰਿਹਾ, ਆਪਾਂ 2009 ਦੀ ਗੱਲ ਹੈ, ਕੈਲਗਰੀ ਦੀ ਗੱਲ ਆ, ਜਿੱਥੇ ਕਿ ਆਪਣੇ ਪੰਜਾਬੀ ਸਿੰਗਰ ਗੁਰਦਾਸ ਮਾਨ ਜੀ ਦਾ ਸ਼ੋਅ ਹੋ ਰਿਹਾ ਸੀ। ਜਿਹੜੀ ਬਿਲਡਿੰਗ ਦੱਸੀ ਜਾ ਰਹੀ ਹੈ ਉਹ ਸਿਟੀ ਆਫ ਕੈਲਗਰੀ ਦੀ ਬਿਲਡਿੰਗ ਆ। ਜੋ ਮੇਰੀ ਨੌਲੇਜ ਜਾਂ ਮੈਨੂੰ ਸੁਣਨ ਚ ਆਇਆ ਉਹ ਇਹ ਪਤਾ ਲੱਗਾ ਦਵਿੰਦਰ ਜੀ ਕਿ ਉਹ ਸ਼ੋਅ ਵਿੱਚ ਆਪਣੇ ਜਿਹੜੇ ਸਵਰੂਪਧਾਰੀ ਸਿੱਖ ਸੀ ਉਹਨਾਂ ਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਸ਼੍ਰੀ ਸਾਹਿਬ ਕਿਉਂਕਿ ਉਹਨਾਂ ਨੇ ਧਾਰਨ ਕੀਤੀ ਹੋਈ ਸੀ ਉਹ ਮਨਾ ਕਰ ਦਿੱਤਾ ਗਿਆ ਸੀ। ਇਹ ਦੱਸਿਆ ਗਿਆ ਸੀ ਕਿ ਇਸ ਬਿਲਡਿੰਗ ਵਿੱਚ ਕੋਈ ਵੀ, ਉਹਨਾਂ ਨੇ ਬੇਸਿਕਲੀ ਜੋ ਸਟੇਟਮੈਂਟ ਦਿੱਤੀ ਸੀ, ਨੋ ਵੈਪਨ ਅਲਾਉਡ, ਇਸ ਬਿਲਡਿੰਗ ਦੀ ਪਾਲਿਸੀ ਹੈ ਨੋ ਵੈਪਨ। ਹੁਣ ਜੇ ਆਪਾਂ 2009 ਦੀ ਗੱਲ ਕਰੀਏ ਤੇ ਕੀ ਇਹ ਜਿਹੜੀਆਂ ਬਿਲਡਿੰਗਾਂ ਨੇ ਜਿੱਥੇ ਕੀ ਕਹਿੰਦੇ ਸਾਡੇ ਸਿੱਖ ਭਾਈਚਾਰੇ ਨੂੰ, ਉਦੋਂ ਐਕਚੁਅਲੀ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਗੁਰਦਾਸ ਮਾਨ ਜੀ ਦਾ ਸ਼ੋਅ ਕੈਂਸਲ ਹੋਇਆ ਸੀ ਕੈਲਗਰੀ ਵਿੱਚ ਸਿਰਫ ਇਸ ਰੀਜ਼ਨ ਕਰਕੇ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਅੰਦਰ ਜਾਣ ਤੋਂ, ਜਿਨ੍ਹਾਂ ਨੇ ਸ੍ਰੀ ਸਾਹਿਬ ਪਾਈ ਸੀ, ਮਨਾ ਕਰ ਦਿੱਤਾ ਗਿਆ ਸੀ। ਤੇ ਹੁਣ ਇਹਨਾਂ ਜਿਹੜੀ ਬਿਲਡਿੰਗ ਦੀ ਪਾਲਿਸੀ ਜਦਵਿੰਦਰ ਜੀ, ਜਦੋਂ ਕਿ ਇੱਕ ਜੱਜ ਨੇ ਕਹਿਤਾ ਵਾ ਕਿ ਆਪਣੇ ਆਪਾਂ ਵੇਖ ਸਕਦੇ ਹਾਂ, ਆਪਾਂ ਨੂੰ ਅਲਬਰਟਾ ਵਿੱਚ ਹੁਣ ਜਿਹੜੇ ਕੇਸ਼ਾਧਾਰੀ ਸਿੱਖ ਨੇ ਉਹ ਸ੍ਰੀ ਸਾਹਿਬ ਲੈ ਕੇ ਕੋਰਟ 'ਚ ਵੀ ਜਾ ਸਕਦੇ ਨੇ, ਕਿ ਇਹ ਬਿਲਡਿੰਗਾਂ ਦੀ ਪਾਲਿਸੀ ਚੇਂਜ ਹੋਣਗੀਆਂ ਜਾਂ ਫਿਰ ਬਿਲਡਿੰਗ ਦੀ ਪਾਲਿਸੀ ਆਲਰੇਡੀ ਰੋਂਗ ਸੀ? ਅੱਜ ਸਿਟੀ ਨੇ ਅੱਜ ਐਕਚੁਅਲੀ ਆਮ ਗਲੈਡ ਕਿ ਤੁਸੀਂ ਇਹ ਮੈਂਸ਼ਨ ਕੀਤੀ, ਅੱਜ ਹੀ ਸਿਟੀ ਨੇ ਆਪਣੀ ਪਾਲਿਸੀ ਅਨਾਉਂਸ ਕੀਤੀ ਆ ਕਿ ਸਿਟੀ ਹਾਲ ਦੇ ਵਿੱਚ ਜਾਂ ਮਿਊਨਿਸਪਲ ਬਿਲਡਿੰਗ ਦੇ ਵਿੱਚ ਕੀ ਕੁਛ ਅਲਾਊਡ ਆ ਜਾਂ ਨਹੀਂ। ਉਹਨਾਂ ਨੇ ਲਿਖਿਆ ਕਿ ਬੈਨ ਕੀ ਨੇ, ਬੈਨ ਦੇ ਸੇ ਇਟਸ ਵੈਪਨ ਇਜ਼ ਅ ਬੈਨ, ਹੈ ਨਾ, ਜਿਹੜਾ ਕੋਈ ਵੀ ਹਥਿਆਰ ਆ ਉਹ ਉੱਥੇ ਅਲਾਊਡ ਨਹੀਂ ਹੈਗਾ। ਹੁਣ ਕਿਰਪਾਨ ਨੂੰ ਉਹ ਹਥਿਆਰ ਮੰਨਦੇ ਜਾਂ ਨਹੀਂ, ਇਹ ਡਿਸਾਈਡ ਕਿਹਨੇ ਕਰਨਾ? ਸਿੱਖਾਂ ਨੂੰ ਜ਼ਰੂਰ ਇਹਦੇ ਤੇ ਸੰਘਰਸ਼ ਕਰਨਾ ਪਊਗਾ ਕਿ ਜਿਹੜਾ ਸ਼੍ਰੀ ਸਾਹਿਬ ਆ ਉਹ ਹਥਿਆਰ ਨਹੀਂ, ਇਹ ਇਕੱਲੀਆਂ ਕੋਰਟਸ ਨੂੰ ਨਹੀਂ, ਕੈਨੇਡੀਅਨ ਪਾਰਲੀਮੈਂਟ ਨੂੰ ਨਹੀਂ, ਹਰੇਕ ਤਰ੍ਹਾਂ ਨਵੀਂ ਥਾਂ ਤੇ ਸੰਘਰਸ਼ ਕਰਨਾ ਪੈਂਦਾ। ਪਰ ਜਦੋਂ ਇਹ ਕਲੀਅਰ ਹੋ ਜਾਂਦੀ ਆ ਤਾਂ ਉਹ ਜਿਹੜੀਆਂ ਚਾਹੇ ਮਿਊਨਿਸਪਲ ਗਵਰਨਮੈਂਟ ਹੋ ਜਾਣ, ਚਾਹੇ ਪ੍ਰੋਵਿੰਸ਼ੀਅਲ ਹੋ ਜਾਣ, ਚਾਹੇ ਫੈਡਰਲ ਹੋ, ਉਸੇ ਤਰ੍ਹਾਂ ਫੈਸਲਾ ਕਰ ਲੈਂਦੀਆਂ ਨੇ। ਪਰ ਮੇਰਾ ਕਹਿਣ ਦਾ ਮਤਲਬ ਸੀ ਕਿ ਕਈ ਗਵਰਨਮੈਂਟਸ ਜਿਹੜਾ ਸ੍ਰੀ ਸਾਹਿਬ ਆ ਉਸ ਨੂੰ ਹਥਿਆਰ ਮੰਨਦੇ ਨੇ, ਕੋਈ 3 ਫੁੱਟੀ ਕਿਰਪਾਨ ਨੂੰ ਹਥਿਆਰ ਮੰਨਦੇ ਨੇ। ਜਿਹੜੇ ਗੁਰਦਾਸ ਮਾਨ ਦੇ ਸ਼ੋਅ ਦੀ ਤੁਸੀਂ ਗੱਲ ਕਰਦੇ ਹੋ ਉਸ ਦੇ ਵਿੱਚ ਕਈ ਕਨਫਲਿਕਟਿੰਗ ਰਿਪੋਰਟਸ ਨੇ, ਇਹ ਵੀ ਕਿਹਾ ਜਾ ਰਿਹਾ ਕਿ ਸ੍ਰੀ ਸਾਹਿਬ ਨੂੰ ਰਿਫਿਊਜ਼ ਕੀਤਾ ਗਿਆ ਸੀ, ਸ਼ੋਅ ਕੈਂਸਲ ਹੋਇਆ ਸੀ ਤੇ ਉਹ ਪ੍ਰਮੋਟਰਾਂ ਦਾ ਵੀ ਰੌਲਾ, ਪ੍ਰਮੋਟਰਾਂ ਨਾਲ ਵੀ ਗੱਲ ਕੀਤੀ ਸੀ। ਪਰ ਜਦੋਂ ਗੱਲ ਦੂਜੇ ਪਾਸੇ ਦੀ ਸੁਣੀ ਜਾਵੇ ਤਾਂ ਉਹ ਕਿਹਾ ਜਾਂਦਾ ਕਿ 3 ਫੁੱਟੀ ਕਿਰਪਾਨ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਜਿਸ ਨੂੰ ਇੱਕ ਹਥਿਆਰ ਸਮਝਿਆ ਜਾਂਦਾ ਸੀ। ਹਥਿਆਰ ਸਿਟੀ ਦੀ ਪ੍ਰਾਪਰਟੀਜ਼ ਦੇ ਵਿੱਚ ਨਹੀਂ ਅਲਾਊਡ ਹੈਗਾ। ਪਰ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਜਦੋਂ ਰਿਸਪੈਕਟ ਕਰਨੀ ਹੁੰਦੀ ਆ,
ਐਡਜਸਟਮੈਂਟ ਜ਼ਰੂਰੀ ਆ। ਐਡਜਸਟਮੈਂਟ ਇਹ ਆ ਕਿ ਚਲੋ ਸਿਟੀਜ਼ਨਸ਼ਿਪ ਦੀ ਓਥ ਸੈਰੀਮਨੀ ਦੇ ਵਿੱਚ ਅੱਜ ਹੱਟ ਮਿਲ ਗਿਆ, ਪਰ ਕੱਲ ਨੂੰ ਜੇ ਇਹ ਆਵਾਜ਼ 에ਅਰਪੋਰਟ ਤੇ ਉੱਠਦੀ ਆ ਜਾਂ ਕਿਸੇ ਪੁਲਿਸ ਆਫੀਸਰ ਦੇ ਨਾਲ ਕਨਵਰਸੇਸ਼ਨ ਦੇ ਮੁੱਕਦੀ ਆ ਜਾਂ ਤੁਹਾਡੇ ਲਾਇਸੈਂਸ ਦੇ ਉੱਤੇ ਜਿਹੜੀ ਪਿਕਚਰ ਖਿੱਚੀ ਜਾਂਦੀ ਆ ਉਸ ਦੀ ਹੁੰਦੀ ਆ, ਤਾਂ ਉਸ ਤੇ ਕਾਫੀ ਕਿੰਤੂ ਪਰੰਤੂ ਹੋਣਗੇ। ਮੇਰਾ ਨਕਾਬ ਦੇ ਬਿਲਕੁਲ ਉਲਟ ਨਹੀਂ ਹੈਗਾ, ਪਰ ਮੈਂ ਇਹ ਗੱਲ ਜ਼ਰੂਰ ਜਾਣਨਾ ਚਾਹੁੰਦਾ ਕਿ ਇੱਕ ਪਾਰਟੀ ਨੂੰ ਤੁਸੀਂ ਸਾਈਡਲਾਈਨ ਕਰ ਲੈਂਦੇ ਹੋ ਕਿ ਜਿਹੜਾ ਫੈਸਲਾ ਸੀ ਬਿਲਕੁਲ ਗਲਤ ਸੀ। ਹੋ ਸਕਦਾ ਕਿਤੇ ਕਿੰਤੂ ਪਰੰਤੂ ਹੋ ਸਕਦੇ ਨੇ ਕਿ ਟਿਮ ਉੱਪਲ ਜੀ ਜਦੋਂ ਉਸ ਲਾਅ ਨੂੰ, ਉਸ ਬਿੱਲ ਨੂੰ ਇੰਨਾ ਡਿਫੈਂਡ ਕਰਦੇ ਸੀ, ਅੱਜ ਉਹਨਾਂ ਦੀ ਆਵਾਜ਼ ਉੱਠਣੀ ਚਾਹੀਦੀ ਆ। ਉਹਨਾਂ ਤੋਂ ਸਾਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਹੁਣ ਕੀ ਹੋਊਗਾ, ਕੋਰਟ ਦੇ ਫੈਸਲੇ ਨੂੰ ਮੰਨਣਗੇ ਜਾਂ ਉੱਪਰਲੀ ਅਦਾਲਤ ਦੇ ਵਿੱਚ ਜਾ ਕੇ ਉਸ ਨੂੰ ਚੈਲੰਜ ਕਰਨਗੇ। ਪਰ ਗੱਲ ਫਿਰ ਉੱਥੇ ਹੀ ਆ ਕੇ ਮੁੱਕਦੀ ਆ। ਪਰ ਦਵਿੰਦਰ ਜੀ, ਜਿਹੜਾ ਅੱਜ ਮੈਂ ਤੁਹਾਨੂੰ ਇੱਥੇ ਮਾੜਾ ਜਿਹਾ ਐਡ ਕਰਨਾ ਚਾਹੁੰਦਾ ਵਾਂ ਕਿ ਜਦੋਂ ਆਪਾਂ ਅੱਜ ਕੰਜ਼ਰਵੇਟਿਵ ਪਾਰਟੀ ਦੇ ਕੁਝ ਐਮਪੀਜ਼ ਨੂੰ ਕੰਟੈਕਟ ਕਰਨ ਦਾ ਕੋਸ਼ਿਸ਼ ਕੀਤਾ, ਕਿਸੇ ਨੇ ਵੀ ਇੱਥੇ ਬੋਲਣ ਤੋਂ ਮਨਾ ਕਰਤਾ ਕਿਉਂਕਿ ਸ਼ਾਇਦ ਉਹ ਕਿਤੇ ਨਾ ਕਿਤੇ ਵੋਟਾਂ ਤੋਂ ਡਰਦੇ ਸੀ। ਸਾਡੀ ਮਜਬੂਰੀ ਅਲਬਰਟਾ ਦੇ ਵਿੱਚ ਖਾਸ ਕਰਕੇ ਇੱਥੇ ਇਹ ਜਾਂਦੀ ਆ ਕਿ ਕੰਜ਼ਰਵੇਟਿਵ ਟੁਕ ਇਟ ਫॉर ਗ੍ਰਾਂਟਡ ਟੂ। ਜਿਹੜੇ ਐਮਪੀ ਨੇ, ਅਸੀਂ ਆਪਣੇ ਭਾਈਚਾਰੇ ਦੇ ਐਮਪੀਜ਼ ਨੂੰ ਸੰਪਰਕ ਕੀਤਾ ਤੇ ਦੇ ਡੋਂਟ ਇਵਨ ਵਾਂਟ ਟੂ ਟਾਕ ਅਬਾਊਟ ਇਟ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿੱਥੇ ਅਸਲੀ ਡੈਮੋਕ੍ਰੇਸੀ ਦੀ ਖਬਰ ਆਉਂਦੀ ਆ, ਖਾਸ ਕਰਕੇ ਓਨਟਾਰੀਓ ਤੇ BC ਜਿੱਥੇ 3-ਵੇ ਰੇਸਸ ਚੱਲ ਰਹੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਤੀਕਰਮ ਜ਼ਰੂਰ ਲਵਾਂਗੇ, ਇਕੱਲੇ ਕੰਜ਼ਰਵੇਟਿਵ ਐਮਪੀਜ਼ ਤੋਂ ਨਹੀਂ ਜਾਂ ਉਹਨਾਂ ਦੇ ਕੈਂਡੀਡੇਟਸ ਤੋਂ ਨਹੀਂ, ਲਿਬਰਲ ਤੇ NDP ਜਾਂ ਗ੍ਰੀਨ ਪਾਰਟੀ ਦੇ ਕੈਂਡੀਡੇਟਸ ਤੋਂ ਵੀ ਲਵਾਂਗੇ ਕਿ ਉਹ ਕੀ ਸੋਚਦੇ ਨੇ। ਕੱਲ ਨੂੰ ਗਵਰਨਮੈਂਟ ਕਿਸੇ ਪਾਰਟੀ ਨੇ ਵੀ ਬਣਾਉਣੀ ਹੋਵੇ, ਉਸ ਇਹ ਕੋਰਟ ਦੇ ਰੂਲਿੰਗ ਨੂੰ ਸਿਰ ਮੱਥੇ ਲਾਉਣਗੇ ਜਾਂ ਇਸ ਨੂੰ ਚੈਲੰਜ ਕਰਨਗੇ। ਜਿਹੜੇ ਸਿਰ ਮੱਥੇ ਲਾਉਣਗੇ ਇਹਦਾ ਮਤਲਬ ਉਹ ਤਾਂ ਕਹਿਣਗੇ ਕਿ ਨਿਕਾਬ ਅਲਾਉਡ ਹੋਣਾ ਚਾਹੀਦਾ। ਜਿਹੜੇ ਚੈਲੰਜ ਕਰਨਗੇ ਇਹਦਾ ਮਤਲਬ ਉਹ ਚਾਹੁੰਦੇ ਸੀ ਕਿ ਇਹ ਬਿੱਲ ਸਹੀ ਸੀਗਾ, ਕੋਰਟ ਦੀ ਰੂਲਿੰਗ ਗਲਤ ਆ। ਪਰ ਜਿਹੜੀ ਦੁੱਖ ਦੀ ਗੱਲ ਇਹ ਆ ਕਿ ਨਿਕਾਬ ਆਪਣਾ ਫੇਸ ਲੁਕਾ ਕੇ ਸਿਟੀਜ਼ਨਸ਼ਿਪ ਦੀ ਓਥ ਸੈਰੀਮਨੀ ਲੈਣ ਦੀ ਜਿਹੜੀ ਪਰਮਿਸ਼ਨ ਆ ਉਹ ਕੋਰਟ ਤੋਂ ਲੈਣੀ ਪਈ। ਹਾਲਾਂਕਿ ਜਿਹੜੇ ਬਿੱਲ ਜਾਂ ਲਾਅ ਬਣਾਏ ਜਾਂਦੇ ਨੇ ਉਹ ਤਾਂ ਪਾਰਲੀਮੈਂਟ ਬਣਾਉਂਦੀ ਆ। ਸੋ ਇਹ ਗੱਲ ਕਿਤੇ ਨਾ ਕਿਤੇ ਸੋਚਣ ਵਾਲੀ ਹੋਊਗੀ ਕਿ ਜੇ ਕੋਰਟਸ ਨੇ ਹੀ ਡਿਸਾਈਡ ਕਰਨਾ ਹੁੰਦਾ ਤਾਂ ਬਿੱਲ ਪਾਰਲੀਮੈਂਟ ਨੂੰ ਬਣਾਉਣ ਦੀ ਕੀ ਲੋੜ ਆ। ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਗੱਲ ਉਹੀ ਆ ਜਾਂਦੀ ਹੈ ਕਿ ਕੋਰਟ ਨੇ ਜਿਹੜੇ ਹੈਗੇ ਉਹ ਰੂਲਸ ਦੇ ਅਕੋਰਡਿੰਗਲੀ ਚੱਲਣਾ ਹੈਗਾ। ਜਦੋਂ ਇਹ ਬਿੱਲ ਲੈ ਕੇ ਵੀ ਆਂਦਾ ਗਿਆ ਸੀ, ਉਸ ਤੋਂ ਪਹਿਲਾਂ ਵੀ ਸਟੀਵਨ ਹਾਰਪਰ ਜੀ ਨੇ ਇੱਕ ਹਊਆ ਜਿਹੜਾ ਬਣਾਇਆ ਹੋਇਆ ਸੀਗਾ, ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਡਰ ਪੈਦਾ ਕੀਤਾ ਹੋਇਆ ਸੀਗਾ ਕਿ ਇਹ ਜਿਹੜਾ ਹੈ ਕੰਸਰਨ ਹੈਗਾ ਬਹੁਤ ਵੱਡਾ ਸਿਕਿਉਰਿਟੀ ਕੰਸਰਨ ਆ। ਦਵਿੰਦਰ ਜੀ, ਕਿੱਡਾ ਕੁ ਵੱਡਾ ਸਿਕਿਉਰਿਟੀ ਕੰਸਰਨ ਆ। ਅਸੀਂ ਅਗਰ ਇੱਕ ਇਨਸਾਨ ਦੀ ਅਗਰ ਆਇਡੈਂਟੀਟੀ ਜਾਣਨਾ ਚਾਹੁੰਦੇ ਆ, ਉਹਦੀ ਆਇਡੈਂਟੀਟੀ ਅਸੀਂ ਜਾਣ ਸਕਦੇ ਹਾਂ ਉਹਨਾਂ ਦਾ ਚਿਹਰਾ ਦੇਖ ਕੇ, ਉਹਨਾਂ ਦਾ ਬਲੱਡ ਗਰੁੱਪ, ਉਹਨਾਂ ਦੇ ਹੋਰ ਬਹੁਤ ਸਾਰੇ ਉਹਨਾਂ ਦੇ ਫਿੰਗਰਪ੍ਰਿੰਟਸ ਹੈਗੇ ਆ। ਸੋ ਇਹ ਸਿਰਫ ਤੇ ਸਿਰਫ ਇੱਕ ਹਊਆ ਬਣਾਇਆ ਗਿਆ ਸੀਗਾ ਉਸ ਟਾਈਮ ਦੇ ਉੱਤੇ। ਔਰ ਜਿਹੜੇ ਫਿਗਰਸ ਤੁਸੀਂ ਅੱਗੇ ਵੀ ਰੱਖੇ ਆ, ਤੁਸੀਂ ਉਦੋਂ ਕਹਿ ਰਹੇ ਸੀ ਕਿ 82% ਲੋਕਾਂ ਨੇ ਜਿਹੜਾ ਵੋਟ ਕੀਤੀ ਸੀਗੀ ਕਿ ਇਹ ਨਕਾਬ ਜਿਹੜਾ ਉਹ ਬੈਨ ਹੋਣਾ ਚਾਹੀਦਾ ਆ ਸਿਟੀਜ਼ਨਸ਼ਿਪ ਸੈਰਾਮਨੀਜ਼ ਦੇ ਵਿੱਚ। ਤਾਂ ਮੈਨੂੰ ਲੱਗਦਾ ਕਿ ਇਹ ਸਿਰਫ ਤੇ ਸਿਰਫ ਉਹ ਹਊਏ ਦਾ, ਉਹ ਡਰ ਦਾ ਨਤੀਜਾ ਸੀਗਾ ਕਿ 82% ਲੋਕਾਂ ਨੇ ਕਿਹਾ ਕਿ ਹਾਂਜੀ ਇਹ ਜਿਹੜਾ ਨਕਾਬ ਹੈਗਾ ਉਹ ਬੈਨ ਹੋਣਾ ਚਾਹੀਦਾ। ਅਸੀਂ ਕਿੰਨੇ ਨਕਾਬ ਪਾ ਕੇ ਜਿਹੜੇ ਅਟੈਕ ਹੁੰਦੇ ਦੇਖੇ ਹੈਗੇ ਆ ਕਿ ਹਾਂ ਕਿਸੇ ਵੱਲੋਂ ਨਕਾਬ ਪਾ ਕੇ ਹਮਲਾ ਕੀਤਾ ਗਿਆ ਹੋਵੇ, ਜਾਂ ਕਿੰਨੇ ਕੁ ਅਸੀਂ ਸਿਕਿਉਰਿਟੀ ਬ੍ਰੀਚਸ ਦੇਖੇ ਆ ਜਿਹਦੇ ਵਿੱਚ ਨਕਾਬ ਪਾਇਆ ਗਿਆ ਹੋਵੇ। ਸੋ ਇਹ ਸਿਰਫ ਇੱਕ ਹਊਆ ਬਣਾਇਆ ਗਿਆ ਸੀਗਾ ਔਰ ਇਹਨੂੰ ਇਸ ਤੋਂ ਜ਼ਿਆਦਾ ਕੁਝ ਨਹੀਂ। ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜਿਹੜੀ ਕੋਰਟ ਹੈਗੀ ਆ, ਕੋਰਟ ਨੇ ਜਿਹੜੇ ਰੂਲਸ ਹੈਗੇ, ਜਿਹੜੇ ਲਾਜ਼ ਬਣੇ ਹੋਏ ਆ ਆਲਰੇਡੀ, ਉਹਨਾਂ ਦੇ ਬਿਹਾਫ ਦੇ ਉੱਤੇ ਔਰ ਕੀ ਸਹੀ ਹੈਗਾ ਆ ਉਹਦੇ ਬਿਹਾਫ ਦੇ ਉੱਤੇ ਡਿਸੀਜਨ ਦੇਣਾ, ਨਾ ਕਿ ਕਿਸੇ ਦੀ ਪਰਸਨਲ ਜਜਮੈਂਟ ਦੇ ਉੱਤੇ। ਪਰ ਪਰਮਿੰਦਰ ਜੀ, ਤੁਸੀਂ ਜੋ ਇੱਥੇ ਇੱਕ ਕਮੈਂਟ ਕੀਤਾ, ਮੈਂ ਕਾਫੀ ਹੱਦ ਤੱਕ ਤੁਹਾਡੀ ਗੱਲ ਨਾਲ ਐਗਰੀ ਕਰਦਾ, ਪਰ ਕੁਝ ਆਬਜੈਕਟ ਜੋ ਮੈਨੂੰ ਜਿਹੜੀ ਗੱਲ ਨਾਲ ਐਗਰੀ ਨਹੀਂ ਕਰਦਾ। ਤੁਸੀਂ ਇਹ ਕਹਿ ਰਹੇ ਹੋ ਕਿ ਇਦਾਂ ਨਹੀਂ ਹੋਇਆ, ਇਦਾਂ ਪਹਿਲਾਂ ਅਸੀਂ ਕੋਈ ਅਟੈਕ ਨਹੀਂ ਵੇਖੇ। ਆਈ ਅੰਡਰਸਟੈਂਡ ਦੈਟ, ਪਰ ਜਿਹੜੀ ਗਵਰਨਮੈਂਟ ਪਾਵਰ ਵਿੱਚ ਹੁੰਦੀ ਆ, ਉਹਨਾਂ ਨੂੰ ਜੋ ਵੀ ਕਰੰਟ ਸਿਚੁਏਸ਼ਨ ਦੇ ਹਿਸਾਬ ਨਾਲ ਦੇ ਹੈਵ ਟੂ ਟੇਕ ਸਟੈਪਸ। ਜੇ ਅੱਜ ਗਵਰਨਮੈਂਟ ਨੂੰ ਇਹ ਲੱਗਦਾ ਹੈ ਕਿ ਸਾਨੂੰ ਇਹ ਸਟੈਪ ਲੈਣੇ ਚਾਹੀਦੇ ਆ, ਜ਼ਰੂਰੀ ਨਹੀਂ ਹੁੰਦਾ ਕਿ ਇਹ ਨਹੀਂ ਹੋਇਆ ਤੇ ਹੋ ਨਹੀਂ ਸਕਦਾ, ਦੈਨ ਗਵਰਨਮੈਂਟ ਹੈਵ ਟੂ ਟੇਕ ਐਕਸ਼ਨ। ਨਾਲ ਜਿਹੜੀ ਗਵਰਨਮੈਂਟ ਐਕਸ਼ਨ ਲੈਂਦੀ ਆ ਇਸ ਫॉर ਆਪਣੇ ਸਿਟੀਜ਼ਨ ਦੀ ਪ੍ਰੋਟੈਕਸ਼ਨ ਵਾਸਤੇ ਹੁੰਦਾ ਵਾ। ਬਿਲਕੁਲ ਇਹਦੇ ਵਿੱਚ ਕੋਈ ਹਾਂਜੀ, ਤੁਸੀਂ ਦੋਨੇ ਜਾਣੇ ਕੰਜ਼ਰਵੇਟਿਵ ਪਾਰਟੀ ਦੇ ਉਸ ਬਿੱਲ ਦੀ ਆਲੋਚਨਾ ਤਾਂ ਬਹੁਤ ਕਰ ਰਹੇ ਹੋ, ਪਰ ਤੁਹਾਨੂੰ ਮੈਂ ਥੋੜਾ ਜਿਹਾ ਯਾਦ ਵੀ ਕਰਾਉਣਾ ਚਾਹੁੰਦਾ ਕਿ ਜੂਨ 2015 ਦੇ ਵਿੱਚ ਲਿਬਰਲ ਗਵਰਨਮੈਂਟ ਇਨ ਕੁਬੈਕ, ਇੱਕ ਵਾਰੀ ਫਿਰ ਸੁਣ ਲਓ, ਲਿਬਰਲ ਗਵਰਨਮੈਂਟ ਇਨ ਕੁਬੈਕ, they introduced Bill 62, English ਦੇ ਵਿੱਚ ਸੁਣਾਉਣਾ, which would ban face covering wheels among civil servants and those using public provincial services। ਜਿੰਨੀਆਂ ਵੀ ਪਬਲਿਕ ਪ੍ਰੋਵਿੰਸ਼ੀਅਲ ਸਰਵਿਸਿਜ਼ ਨੇ,
ਜਾਂ ਜਿਹੜੀਆਂ ਵੀ ਕੋਈ ਸਿਵਲ ਸਰਵੈਂਟਸ ਨੇ ਉਹ ਆਪਣਾ ਫੇਸ ਕਵਰ ਨਹੀਂ ਕਰ ਸਕਦੇ, ਉੱਥੇ ਲਿਬਰਲ ਪਾਰਟੀ ਦਾ ਕੀ ਕਹਿਣਾ ਹਰਪ੍ਰੀਤ ਜੀ? ਦਵਿੰਦਰ ਜੀ ਦੇਖੋ, ਮੈਂ ਤੁਹਾਨੂੰ ਇੱਕ ਗੱਲ ਮੈਂ ਕਈ ਵਾਰ ਕਹਿ ਚੁੱਕਿਆ ਹਾਂ, ਭਾਵੇਂ ਜਸਟਿਨ ਟਰੂਡੋ ਜੀ ਪ੍ਰਾਈਮ ਮਿਨਿਸਟਰ ਹੁੰਦੇ, ਭਾਵੇਂ ਟੌਮ ਮਲਕੇਰ ਜੀ ਹੁੰਦੇ, ਭਾਵੇਂ ਸਟੀਫਨ ਹਾਰਪਰ ਜੀ ਹੁੰਦੇ, ਪ੍ਰਾਈਮ ਮਿਨਿਸਟਰ ਦੀ ਰਿਸਪੌਂਸਿਬਿਲਟੀ ਬਣਦੀ ਆ ਕਿ ਉਹਨੂੰ ਸਿਕਿਉਰਿਟੀ ਵਾਸਤੇ ਮੈਜ਼ਰਸ ਲੈਣੇ ਪੈਂਦੇ ਨੇ। ਪੋਲੀਟੀਕਲ ਲੈਵਲ ਤੇ ਜਾਂ ਤੁਸੀਂ ਕੈਂਪੇਨ ਕਰਦੇ ਹੋ, ਜੋ ਮਰਜ਼ੀ ਬਿਆਨ ਦਿਓ, ਪਰ ਜਿਹੜਾ ਮਰਜ਼ੀ ਪਾਵਰ 'ਚ ਹੁੰਦਾ ਉਹਨਾਂ ਨੇ ਉਹ ਪ੍ਰੀਕਾਸ਼ਨਸ ਲੈਣੇ ਹੀ ਲੈਣੇ ਸੀ। So do you think Justin Trudeau will appeal this ruling too? ਨਹੀਂ, ਆਈ ਡੋਂਟ ਥਿੰਕ ਕਿ ਜਸਟਿਨ ਟਰੂਡੋ ਵਿਲ ਅਪੀਲ ਦਿਸ ਰੂਲਿੰਗ ਟੂ, ਪਰ ਹਾਂਜੀ ਬਿੱਲ ਨੂੰ ਕਿਦਾਂ ਪੇਸ਼ ਕੀਤਾ ਗਿਆ ਵਾ, ਇੱਥੇ ਜ਼ਰੂਰੀ ਨਹੀਂ ਸੀ ਕਿ ਤੁਸੀਂ ਨਕਾਬ ਬੈਨ ਕਰ ਦਿਓ, ਤੁਸੀਂ ਉੱਤੇ ਕੁਝ I'm not only here ਹਰਪ੍ਰੀਤ ਜੀ, ਮੇਰਾ ਕੁਐਸਚਨ ਸੁਣ ਲਓ ਧਿਆਨ ਨਾਲ। ਇਹ ਕੱਲੀ ਸਿਟੀਜ਼ਨਸ਼ਿਪ ਸੈਰੇਮਨੀਜ਼ ਦੀ ਗੱਲ ਨਹੀਂ ਮੈਂ ਕਰ ਰਿਹਾ, ਇਹ ਜਿਹੜੇ ਵੀ ਗਵਰਨਮੈਂਟ ਅਦਾਰੇ, ਸਰਕਾਰੀ ਅਦਾਰੇ, ਪ੍ਰੋਵਿੰਸ਼ੀਅਲ ਅਦਾਰੇ ਜਾਂ ਤਾਂ ਸਰਕਾਰੀ ਸਭਾਵਾਂ ਦਿੰਦੇ ਨੇ ਜਾਂ ਲੈਂਦੇ ਨੇ, ਉੱਥੇ ਫੇਸ ਕਵਰਿੰਗ ਅਲਾਉਡ ਨਹੀਂ ਹੈ ਜੀ। ਐਡਾ ਵੱਡਾ ਬਿੱਲ ਪਾਸ ਲੈ ਕੇ ਆਏ ਨੇ ਲਿਬਰਲ ਗਵਰਨਮੈਂਟ ਵਾਲੇ ਕੁਬੈਕ ਦੇ ਵਿੱਚ, ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਲਿਬਰਲ ਪ੍ਰੋਵਿੰਸ਼ੀਅਲ ਪਾਰਟੀ ਆ, ਨਹੀਂ ਮੈਂ ਪਰਸਨਲੀ ਐਗਰੀ ਨਹੀਂ ਹੁੰਦਾ, ਪਰ ਲਿਬਰਲ ਪ੍ਰੋਵਿੰਸ਼ੀਅਲ ਪਾਰਟੀ ਆ। ਆਈ ਡੋਂਟ ਥਿੰਕ ਕਿ ਜਸਟਿਨ ਟਰੂਡੋ ਜੀ ਇਹ ਬਿੱਲ ਨੂੰ ਫੈਡਰਲ ਵਿੱਚ ਵੀ ਲਿਆਉਣਗੇ। ਆਈ ਡੋਂਟ ਥਿੰਕ ਜਸਟਿਨ ਟਰੂਡੋ ਜੀ ਦਾ ਇਹਨਾਂ ਇਸ ਬਿੱਲ ਨਾਲ ਕੁਝ ਕਰਨਾ ਹੈਗਾ ਵਾ। ਦਵਿੰਦਰ ਜੀ, ਜਿੱਦਾਂ ਦਾ ਆਪਾਂ ਜੇ ਗੱਲ ਕਰੀਏ, ਫਰਾਂਸ ਵਿੱਚ ਹੁਣ ਟਰਬਨ ਵੀ ਬੈਨ ਹੈ ਬਹੁਤ ਜਗ੍ਹਾ ਤੇ। ਬਿਲਕੁਲ ਦਵਿੰਦਰ ਜੀ, ਜੇ ਇਸ ਜਦਕਿ ਟਰਬਨ ਦਾ ਤੇ ਆਪਣੇ ਫੇਸ ਕਵਰਿੰਗ ਨਾਲ ਕੋਈ ਖਾਸ ਫਰਕ ਨਹੀਂ ਹੁੰਦਾ। ਓਕੇ, ਟਿਮ ਉੱਪਲ ਤੇ ਇੱਕ ਮਿੰਟ ਦਵਿੰਦਰ ਜੀ, ਕੁਬੈਕ ਦੇ ਵਿੱਚ ਪਹਿਲੀ ਵਾਰੀ ਨਹੀਂ ਹੈਗਾ ਕਿ ਇਦਾਂ ਦੇ ਇਸ਼ੂਜ਼ ਕ੍ਰੀਏਟ ਹੋਏ ਆ, ਇਦਾਂ ਦੇ ਮੁੱਦੇ ਜਿਹੜੇ ਚੱਕੇ ਗਏ ਆ। ਸਮੇਂ ਦੇ ਉੱਤੇ ਹਮੇਸ਼ਾ ਹੀ ਇਹ ਮੁੱਦਾ ਜਿਹੜਾ ਉੱਠਦਾ ਰਿਹਾ ਆ। ਪਹਿਲਾਂ ਜੇ ਅਸੀਂ ਗੱਲ ਕਰੀਏ, ਇੱਕ ਸਿੱਖ ਬੱਚੇ ਨੂੰ ਫੁੱਟਬਾਲ ਟੀਮ ਦੇ ਵਿੱਚ ਵੀ ਖੇਡਣ ਤੋਂ ਮਨਾ ਕਰ ਦਿੱਤਾ ਗਿਆ ਸੀਗਾ ਪਟਕਾ ਬਣ ਕੇ। ਸੋ ਅਸੀਂ ਅੰਦਾਜ਼ਾ ਇੱਥੋਂ ਹੀ ਲਗਾ ਸਕਦੇ ਹਾਂ ਕਿ ਇੱਕ ਸਕੂਲ ਲੈਵਲ ਤੋਂ ਹੀ ਉੱਥੇ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਉਹ ਕੀਤੀ ਗਈ ਸੀ, ਔਰ ਉਸ ਤੋਂ ਬਾਅਦ ਸ਼ਾਇਦ ਉਹ ਅਗਰ ਤੁਹਾਨੂੰ ਯਾਦ ਹੋਵੇ ਤਾਂ ਉਹ ਰੂਲਿੰਗ ਜਿੱਤੀ ਵੀ ਗਈ ਸੀ। ਪਰ ਤੁਸੀਂ ਕਹੋ ਕਿ ਇਹਦਾ ਮਤਲਬ ਕਿਸੇ ਪਾਰਟੀ ਦਾ ਕੋਈ ਵਿਚਾਰਧਾਰਾ ਨਹੀਂ, ਪਰ ਜਿਹੜੀ ਤੁਸੀਂ ਰੂਲਿੰਗ ਦੀ ਗੱਲ ਕਰ ਰਹੇ ਹੋ, ਉਦੋਂ ਬਲਾਕ ਕੁਬੈਕ ਦੀ ਗਵਰਨਮੈਂਟ ਸੀ, ਹੁਣ ਉੱਥੇ ਲਿਬਰਲ ਪਾਰਟੀ ਦੀ ਗਵਰਨਮੈਂਟ ਆ, ਪਰ ਉਸ ਦੇ ਨਾਲ ਮਿਨੋਰਟੀਜ਼ ਟਾਰਗੇਟ ਤਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ। ਪਰ ਇੱਕ ਹੋਰ ਐਲੀਗੇਸ਼ਨ ਦੀ ਗੱਲ ਕਰਦਾ, ਜਦੋਂ ਟਿਮ ਉੱਪਲ ਜੀ ਇਹ ਬਿੱਲ ਲੈ ਕੇ ਆਏ ਸੀਗੇ ਤਾਂ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗਿਆ ਸੀ ਕਿ ਇਹ ਜਿਹੜਾ ਬਿੱਲ ਆ ਇਹ ਰੇਸਿਸਟ ਆ ਜਾਂ ਇਸਲਾਮੋਫੋਬਿਕ ਆ। ਤੁਸੀਂ ਉਸ ਗੱਲ ਨਾਲ ਐਗਰੀ ਕਰਦੇ ਹੋ ਜਾਂ ਨਹੀਂ? ਮੈਂ ਐਗਰੀ ਕਰਦਾ ਦਵਿੰਦਰ ਜੀ, ਇਹ So it was a racist bill. Yeah, it's like a racist bill, ਔਰ ਇਸਲਾਮੋਫੋਬਿਕ ਤਾਂ ਡੈਫੀਨਿਟਲੀ ਸੀਗਾ। ਹਾਂਜੀ ਹਰਪ੍ਰੀਤ ਜੀ। ਆਈ ਥਿੰਕ ਦਵਿੰਦਰ ਜੀ, ਮੈਂ ਇਹਨਾਂ ਗੱਲ ਤੋਂ ਐਗਰੀ ਨਹੀਂ ਕਰਦਾ। ਇਹ ਕੰਜ਼ਰਵੇਟਿਵ ਪਾਰਟੀ ਦੀ ਵੋਟਾਂ ਬਟੋਰਨ ਵਾਲੀ ਮੇਰੇ ਖਿਆਲ ਕਿਤੇ ਪਾਲਿਸੀ ਸੀ। ਉਹ ਸੋਚਦੇ ਸੀ ਕਿ ਜੇ 5-10% ਲੋਕ ਨਾਰਾਜ਼ ਵੀ ਹੁੰਦੇ ਆ, ਜਿੱਦਾਂ ਤੁਸੀਂ ਦੱਸਿਆ ਕਿ 80% ਲੋਕ ਖੁਸ਼ ਹੁੰਦੇ ਆ, ਤੇ ਕਿਤੇ ਨਾ ਕਿਤੇ ਕੰਜ਼ਰਵੇਟਿਵ ਪਾਰਟੀ ਦੀ ਸਿਕਿਉਰਿਟੀ ਨੂੰ ਅੱਗੇ ਰੱਖ ਕੇ ਵੋਟਾਂ ਲੈਣ ਵਾਲੇ ਬਾਰੇ ਕੀ ਕਹਿੰਦੇ ਤਿਆਰੀ ਸੀ। ਪਰ ਉੱਪਲ ਸਾਹਿਬ ਦਾ ਕਹਿਣਾ ਸੀ ਉਸ ਵੇਲੇ ਕਿ ਜੋ ਵੀ ਸਿਟੀਜ਼ਨਸ਼ਿਪ ਲੈਂਦੇ ਨੇ, ਇਹਦਾ ਮਤਲਬ ਤੁਸੀਂ ਇੱਕ ਕੈਨੇਡੀਅਨ ਫੈਮਿਲੀ ਨੂੰ ਜੁਆਇਨ ਕਰਦੇ ਹੋ। ਮੋਸਟਲੀ ਕੈਨੇਡੀਅਨ ਫੈਮਿਲੀ ਦੇ ਵਿੱਚ ਜਿਹੜੇ ਮੌਜੂਦਾ ਫੈਮਿਲੀ ਮੈਂਬਰਸ ਨੇ, ਉਹ ਚਾਹੁੰਦੇ ਨੇ ਕਿ ਜਿਹੜੇ ਨਵੇਂ ਮੈਂਬਰ ਬਣਨ ਉਹ ਆਪਣਾ ਫੇਸ ਅਨਕਵਰ ਕਰਕੇ ਆਉਣ। ਤਾਂ ਇਸ ਦੇ ਵਿੱਚ ਕੀ ਬੁਰਾਈ ਸੀ ਪਰਮਿੰਦਰ ਸਿੰਘ ਜੀ? ਦਵਿੰਦਰ ਜੀ, ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ। ਜੋ ਉਹਨਾਂ ਨੇ ਆਪਣਾ ਜੋ ਇੱਕ ਆਫੀਸ਼ੀਅਲੀ ਕਹਿ ਸਕਦੇ ਆ ਪ੍ਰੋਸੀਜਰ ਹੈਗਾ, ਉਹ ਉਹਨਾਂ ਨੇ ਫੋਲੋ ਕੀਤਾ ਹੈਗਾ। ਇਹ ਨਹੀਂ ਹੈਗਾ ਕਿ ਉਹਨਾਂ ਨੇ ਆਫੀਸ਼ੀਅਲ ਕੋਈ ਪ੍ਰੋਸੀਜਰ ਫੋਲੋ ਸਕਿਪ ਕੀਤਾ ਹੋਵੇ ਕਿ ਹਾਂਜੀ ਇਹਨਾਂ ਨੇ ਆਪਣੀ ਆਇਡੈਂਟੀਟੀ ਪ੍ਰੂਵ ਨਹੀਂ ਕੀਤੀ ਹੈਗੀ, ਇਹਨਾਂ ਨੇ ਉਹ ਜਿਹੜਾ ਸਟੈਪ ਆ ਸਕਿਪ ਕਰ ਲਿਆ। ਠੀਕ ਹੈ, ਇਹਨਾਂ ਸਿਕਿਉਰਿਟੀ ਕਲੀਅਰੈਂਸ ਜਿਹੜੀ ਸੀਗੀ ਉਹ ਜਿਹੜੀ ਹੈਗੀ ਉਹ ਸਕਿਪ ਕੀਤੀ ਆ। ਇਦਾਂ ਦਾ ਕੋਈ ਕੰਮ ਵੀ, ਕੋਈ ਵੀ ਸਟੈਪ ਨਹੀਂ ਲਿਆ ਗਿਆ ਹੈਗਾ। ਅਗਰ ਅਸੀਂ ਕਹੀਏ ਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਇਹਦੇ ਨਾਲ ਪਤਾ ਨਹੀਂ ਕਿੱਡਾ ਕੁ ਵੱਡਾ ਸਿਕਿਉਰਿਟੀ ਕੰਸਰਨ ਹੋ ਜਾਣਾ ਹੈ, ਇਦਾਂ ਦਾ ਕੁਝ ਵੀ ਨਹੀਂ ਹੈਗਾ। ਔਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇੱਕ ਫੈਮਿਲੀ ਦੇ ਮੈਂਬਰ ਦੇ ਤੌਰ ਤੇ ਉਹ ਆ ਰਹੇ ਹੈਗੇ ਆ, ਠੀਕ ਆ, ਫੈਮਿਲੀ ਮੈਂਬਰ ਦੇ ਆਪਣੀ ਬਲੀਫਸ ਹੈਗੇ, ਆਪਣੇ ਉਹਨਾਂ ਦੇ ਕੰਸਰਨਸ ਹੈਗੇ ਆ, ਤੇ ਉਹ ਆਈ ਥਿੰਕ ਆਪਣੇ ਕੰਸਰਨਸ ਦੇ ਨਾਲ ਫੈਮਿਲੀ ਜੁਆਇਨ ਕਰ ਸਕਦੇ ਆ। ਨਹੀਂ, ਪਰ ਇੱਥੇ ਇੱਕ ਹੋਰ ਗੱਲ ਹੈ ਨਾ ਦਵਿੰਦਰ ਜੀ, ਟਿਮ ਉੱਪਲ ਔਰ ਕੰਜ਼ਰਵੇਟਿਵ ਪਾਰਟੀ ਅਲੋਨ ਕੈਨ ਨਾਟ ਡਿਸਾਈਡ ਕਿ what is Canadian family. I'm pretty sure ਜਿਹੜੀ ਕੈਨੇਡੀਅਨ ਫੈਮਿਲੀ ਆ, ਜੇ ਕਿਸੇ ਨੇ ਕੋਈ ਬੱਚੇ ਦੀ ਗੱਲ ਕਰੇ ਪੀਜ਼ਾ ਖਾਣਾ ਨੂੰ ਪੀਜ਼ਾ ਖਾਣ ਦੀ ਪਰਮਿਸ਼ਨ ਆ, ਜੇ ਕਿਸੇ ਨੂੰ ਕੋਈ 버ਗਰ ਖਾਣਾ ਨੂੰ 버ਗਰ ਖਾਣ ਦੀ ਪਰਮਿਸ਼ਨ ਆ, ਜੇ ਕਿਸੇ ਨੇ ਕੀ ਕਹਿੰਦੇ ਜੈਕਟ ਪਾਉਣੀ ਹੈ ਜੈਕਟ ਪਾ ਸਕਦਾ, ਸ਼ਾਰਟ ਪਾ ਸਕਦਾ ਵਾ। ਸੋ ਕੰਜ਼ਰਵੇਟਿਵ ਪਾਰਟੀ ਟਿਮ ਉੱਪਲ ਜੀ ਕੈਨ ਨਾਟ ਡਿਸਾਈਡ ਕਿ what not to wear. let me ask you now ਕਿ ਤੁਸੀਂ ਦੋਹਾਂ ਨੇ ਇੱਕ ਰੌਲਾ ਪਾਇਆ ਹੋਇਆ ਕਿ ਇਟਸ ਅ ਰਿਲੀਜੀਅਸ ਸਿੰਬਲ। ਲੈਟਸ ਸੀ ਕਿ ਜੇ ਮੁਸਲਿਮ ਵੂਮਨ ਇਸ ਨੂੰ ਵੇਅਰ ਕਰਦੀ ਆ, ਇਟਸ ਅ ਰਿਲੀਜੀਅਸ ਸਿੰਬਲ। ਪਰ ਜੇ ਦੂਜੇ ਕੋਈ ਔਰਤ, ਕੋਈ ਕ੍ਰਿਸਚੀਅਨ ਔਰਤ ਕੱਲ ਨੂੰ ਆਪਣਾ ਫੇਸ ਕਵਰ ਕਰਕੇ ਸਿਟੀਜ਼ਨਸ਼ਿਪ ਦੀ ਓਥ ਲੈਣੀ ਚਾਹੁੰਦੀ ਆ, ਤਾਂ ਉਸ ਨੂੰ ਫੇਸ ਕਵਰਿੰਗ ਕਹੋਗੇ ਜਾਂ ਉਸ ਨੂੰ ਵੀ ਨਕਾਬ ਹੀ ਕਹੋਗੇ? ਉਸ ਨੂੰ ਬਟ ਆਫ ਕੋਰਸ ਨਕਾਬ ਕਹਾਂਗੇ ਜੀ। ਜਦੋਂ ਨਕਾਬ ਕਹੋਗੇ, ਬਿਲਕੁਲ।
ਸੋ ਕੋਈ ਵੀ ਫੇਸ ਕਵਰਿੰਗ ਉਹ ਨਕਾਬ ਹੁੰਦੀ ਆ। ਨਹੀਂ ਦਵਿੰਦਰ ਸੌਰੀ, ਉਹ ਉਸ ਟਾਈਮ ਦੇ ਉੱਤੇ ਇਹ ਫੇਸ ਕਵਰਿੰਗ ਕਹੀ ਜਾਊਗੀ ਕਿਉਂਕਿ ਉਹ ਉਹਨਾਂ ਦਾ ਰਿਲੀਜੀਅਸ ਬਿਲੀਫ ਨਹੀਂ ਹੈਗਾ। So basically, if government used this judgment ਕਿ ਫੇਸ ਕਵਰਿੰਗ ਨਹੀਂ ਅਲਾਉਡ ਹੈਗੀ ਤਾਂ ਇਸਲਾਮ ਧਰਮ ਨੂੰ ਇਨੀ ਤਕਲੀਫ ਨਹੀਂ ਸੀ ਹੋ ਸਕਦੀ, ਕਿਉਂਕਿ ਇਸਲਾਮ ਨੇ ਕਹਿਣਾ ਸੀ ਕਿ ਨਿਕਾਬ ਬੈਨ ਨਹੀਂ ਕੀਤਾ। ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਆ, ਜੇ ਇਸ ਨੂੰ ਰਿਲੀਜੀਅਸ ਸਿੰਬਲ ਨਾ ਮੰਨਿਆ ਜਾਵੇ, ਸਿਰਫ ਇਸ ਨੂੰ ਆਪਣਾ somebody is trying to cover their face, ਚਾਹੇ ਜੇ ਉਹ let's leave the ਇਸਲਾਮ ਧਰਮ alone, ਉਸ ਨਾਲ ਵੀ ਸਹਿਮਤ ਹੋਵੋਗੇ ਕਿ ਫੇਸ ਕਵਰ ਦੀ ਸਾਰਿਆਂ ਨੂੰ ਹੀ ਇਜਾਜ਼ਤ ਦੇ ਦੇਣੀ ਚਾਹੀਦੀ ਆ। ਪਰ ਦਵਿੰਦਰ ਜੀ, ਜੇ ਲਾ ਲਓ ਕਿ ਕੋਈ ਆਪਣਾ ਫੇਸ ਕਵਰ ਕਰਨਾ ਚਾਹੁੰਦਾ ਵਾ, ਤੁਸੀਂ ਉਹ ਜੇ so they are allowed to cover their face without even religious belief। ਨਹੀਂ ਚਲੋ ਮੈਂ ਆਨਾ ਕਿ they shouldn't be allowed, ਮੈਂ ਇਹ ਨਹੀਂ ਆਨਾ, ਪਰ ਜੇ ਕੋਈ ਕਵਰ ਕਰਦਾ ਵਾ ਪਰ ਉਹ ਸਿਕਿਉਰਿਟੀ ਦੇ ਸਾਰੇ ਮੇਜਰਸ ਕਲੀਅਰ ਕਰਦਾ ਵਾ, ਇਹ ਚ ਕਿਹਨੂੰ ਪ੍ਰੋਬਲਮ ਕੀ ਹੋਣੀ ਚਾਹੀਦੀ ਹੈ? ਸੋ ਬੇਸਿਕਲੀ ਯੂ ਸ਼ੁੱਡ ਬੀ ਓਕੇ ਜਿਹੜੇ ਵੀ ਲੋਕੀ ਉੱਥੇ ਜਾਂਦੇ ਨੇ ਜੇ ਆਪਣਾ ਸਾਰੇ ਹੀ ਫੇਸ ਕਵਰ ਕਰਕੇ ਚਲੇ ਜਾਣ। ਪਹਿਲੀ ਗੱਲ ਦੇਖੋ, ਸਾਰੇ ਫੇਸ ਕਵਰ ਕਰਕੇ ਜਾਂਦੇ ਨੇ, we can speculate that। ਨਹੀਂ, ਪਰ ਜੇ ਉਹ ਸਾਰੇ ਸਿਕਿਉਰਿਟੀ ਕਲੀਅਰ ਕਰਦੇ ਨੇ ਤੇ ਤੁਸੀਂ ਕਿਹਨੂੰ ਕਹੋ ਕਿ ਹਰਪ੍ਰੀਤ ਤੁਸੀਂ ਸਿਕਿਉਰਿਟੀ ਕਲੀਅਰ ਕਰਨ ਵਾਸਤੇ ਜੋ ਫੇਸ ਕਵਰ ਕੀਤਾ ਹਟਾਓ, ਮੈਂ ਕਰਦਾ ਵਾਂ, ਤੁਸੀਂ ਮੈਨੂੰ ਕਹੋ ਕਿ ਤੁਸੀਂ ਆਪਣੇ ਫਿੰਗਰਪ੍ਰਿੰਟ ਦਿਓ, ਮੈਂ ਉਹ ਵੀ ਦਿੰਦਾ ਵਾਂ, ਉਸ ਤੋਂ ਬਾਅਦ ਜੇ ਮੈਂ ਬਾਹਰ ਜਾ ਕੇ ਆਪਣਾ ਫੇਸ ਕਵਰ ਵੀ ਕਰਦਾ, what is the problem? What part of the tuition you don't understand ਹਰਪ੍ਰੀਤ ਜੀ, ਕਿ ਜਿਹੜਾ ਫੇਸ ਕਵਰ ਨਹੀਂ ਅਲਾਉ ਹੈਗਾ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਸੈਰੇਮਨੀ 'ਚ, ਪਰ ਕੋਰਟ ਰੂਲ ਨੇ ਡਿਸੀਜਨ ਦਿੱਤਾ ਸਿਰਫ ਇੱਕ ਰਿਲੀਜੀਅਸ ਸਿੰਬਲ ਕਰਕੇ। ਰਿਲੀਜੀਅਸ ਸਿੰਬਲ ਆ ਜਿਹਦੇ 'ਚ ਫੇਸ ਕਵਰ ਕੀਤਾ ਜਾਂਦਾ, ਪਰ ਕੱਲ ਨੂੰ ਕੋਈ ਕ੍ਰਿਸਚੀਅਨ ਜਾਂ ਦੂਜੇ ਧਰਮਾਂ ਦੇ ਲੋਕ ਇਸ ਕਾਨੂੰਨ ਦਾ, ਇਸ ਰੂਲਿੰਗ ਦਾ ਮਜ਼ਾਕ ਉਡਾਉਣ ਲਈ ਫੇਸ ਕਵਰ ਕਰਕੇ ਜਾਂਦੇ ਨੇ, ਤਾਂ ਉਹ ਜੱਜ ਸਿਟੀਜ਼ਨਸ਼ਿਪ ਜਿਹੜੀ ਓਥ ਸੈਰੇਮਨੀ ਵਿੱਚ ਪਾਰਟਿਸਿਪੇਟ ਕਰਨ ਦੀ ਇਜਾਜ਼ਤ ਦਊਗਾ ਜਾਂ ਨਹੀਂ? ਪਰਮਿੰਦਰ ਸਿੰਘ ਜੀ। ਬਿਲਕੁਲ ਨਹੀਂ ਦਊਗਾ ਦਵਿੰਦਰ ਜੀ, ਕਿਉਂਕਿ ਜਿੱਦਾਂ ਤੁਸੀਂ ਆਲਰੇਡੀ ਕਹਿ ਚੁੱਕੇ ਹੋ ਕਿ ਇੱਕ ਰਿਲੀਜੀਅਸ ਸਿੰਬਲ ਹੈਗਾ ਆ। ਜਦੋਂ ਰਿਲੀਜੀਅਸ ਸਿੰਬਲ ਹੈਗਾ ਤੇ ਆਈ ਡੋਂਟ ਥਿੰਕ ਕਿ ਕ੍ਰਿਸਚੀਅਨਿਟੀ ਦੇ ਵਿੱਚ ਕੁਝ ਵੀ ਇਦਾਂ ਦਾ ਹੈਗਾ ਕਿ ਜਿਹਦੇ ਵਿੱਚ ਫੇਸ ਕਵਰਿੰਗ ਜਿਹੜੀ ਹੈਗੀ ਉਹ ਕੰਪਲਸਰੀ ਹੋਵੇ। ਸੋ ਮੈਨੂੰ ਨਹੀਂ ਲੱਗਦਾ ਕਿ ਜੱਜ ਉਸ ਚੀਜ਼ ਨੂੰ ਅਲਾਉ ਕਰੂਗੇ, ਨਾ ਉਹਨਾਂ ਨੂੰ ਕਰਨਾ ਚਾਹੀਦਾ ਆ। ਪਰ ਜੈਨ ਧਰਮ ਵਿੱਚ ਕਾਫੀ ਹੱਦ ਤੱਕ ਆਪਣਾ ਉਹ ਆਪਣੇ ਮਾਸਕ ਜਾਂ ਪਾਉਂਦੇ ਨੇ ਦਵਿੰਦਰ ਜੀ, ਉਹ ਵੀ ਲਗਭਗ ਫੇਸ ਕਵਰਿੰਗ ਆ। ਸੋ ਬੇਸਿਕਲੀ ਟਰੂਡੋ ਸਾਹਿਬ ਦਾ ਕਹਿਣਾ ਕਿ ਜਿਹਦੇ ਤੁਸੀਂ ਚਾਰਟਰ ਆਫ ਰਾਈਟਸ ਐਂਡ ਫਰੀडम ਦੀ ਜੇ ਗੱਲ ਕੀਤੀ ਜਾਵੇ ਤਾਂ ਸਾਰੇ ਕੈਨੇਡੀਅਨਸ ਦੇ ਰਾਈਟਸ ਰਿਸਪੈਕਟ ਹੋਣੇ ਚਾਹੀਦੇ ਨੇ, ਇਕੁਅਲ ਹੋਣੇ ਚਾਹੀਦੇ ਨੇ। ਯੂ ਥਿੰਕ ਦਿਸ ਰੂਲਿੰਗ ਵਿਲ ਸਰਵ ਦੈਟ ਪਰਪਸ ਔਰ ਨਾਟ? ਮੈਨੂੰ ਨਹੀਂ ਲੱਗਦਾ ਕੋਰਟ ਰੂਲਿੰਗ ਦੇ ਨਾਲ ਇਹ ਜਿਹੜੀ ਸਾਰਿਆਂ ਦੇ ਲਈ ਜਿਹੜੇ ਰੂਲਸ ਹੈਗੇ ਆ ਜਾਂ ਉਹ ਬਰਾਬਰ ਹੈਗੇ ਆ। ਇੱਥੇ ਧਰਮ ਨਿਰਪੇਖ ਜਿਹੜਾ ਅਸੀਂ ਦੇਸ਼ ਹੈਗੇ ਆ, ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਰਿਲੀਜਨ, ਆਪਣੀ ਧਾਰਮਿਕ ਆਜ਼ਾਦੀ ਹੈਗੀ ਹੈ ਕਿ ਉਹ ਆਪਣੀ ਰਿਲੀਜਨ ਨੂੰ ਪ੍ਰੈਕਟਿਸ ਕਰ ਸਕਣ ਇੱਥੇ, ਔਰ ਹਰ ਮੋੜ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਉਹਨਾਂ ਦੀ ਜਿਹੜੀ ਰਿਸਪੈਕਟ ਹੈਗੀ ਉਹ ਬਣੀ ਰਹੇ। ਸੋ ਆਈ ਥਿੰਕ ਕਿ ਇੱਥੇ ਉਹ ਜਿਹੜੀ ਕੋਰਟ ਦੀ ਰੂਲਿੰਗ ਹੈਗੀ ਹੈ ਬਿਲਕੁਲ ਉਹਦੇ ਨਾਲ ਜਾਂਦੀ ਹੈ। ਜੇ ਫਰੀडम ਆਫ ਰਾਈਟਸ ਜਾਂ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ ਜਾਵੇ, ਜੇ ਗੱਲ ਨਹੀਂ ਬਣਦੀ, ਨਹੀਂ ਕਲੀਅਰ, ਤਾਂ ਕੀ ਅਦਾਲਤਾਂ ਨੂੰ ਉਸ ਬਾਰੇ ਫੈਸਲੇ ਜਾਂ ਕਾਨੂੰਨ ਬਣਾਉਣੇ ਚਾਹੀਦੇ ਨੇ? ਹਰਪ੍ਰੀਤ ਜੀ। ਬਿਲਕੁਲ ਬਣਾਉਣੇ ਚਾਹੀਦੇ ਨੇ ਦਵਿੰਦਰ ਜੀ। ਫਰੀडम ਆਫ ਸਪੀਚ ਜਾਂ ਫਰੀडम ਆਫ ਐਕਸਪ੍ਰੈਸ਼ਨ, ਆਪਾਂ ਅੱਗੇ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਮੇਰਾ ਫਰੀडम ਤੇ ਉਦੋਂ ਤੱਕ ਫਰੀडम ਹੈ ਜਦੋਂ ਮੈਂ ਕਿ ਹੋਰ ਦੇ ਫਰੀडम ਦੀ ਗੱਲ ਕਿਹਨੂੰ ਹਰਟ ਨਹੀਂ ਕਰਦਾ, ਕਿਉਂਕਿ ਜਦੋਂ ਮੈਂ ਕਿ ਹੋਰ ਦੇ ਫਰੀडम ਨੂੰ ਹਰਟ ਕਰਦਾ, ਮੇਬੀ ਮੇਰਾ ਫਰੀडम ਤੇ ਹੈਗਾ ਪਰ ਮੈਂ ਕਿ ਹੋਰ ਦੇ ਫਰੀडम ਦੀ ਇਸ਼ੂ ਕ੍ਰੀਏਟ ਕਰਨ ਡਿਆ। ਜੋ ਮੈਂ ਸਭ ਤੋਂ ਪਹਿਲਾਂ ਐਗਜ਼ਾਮਪਲ ਦਿੱਤਾ ਸੀ, ਜੋ ਹੁਣ ਇੰਡੀਆ 'ਚ ਹੋ ਰਿਹਾ ਹੈ ਕਿ ਬੀਫ ਬੈਨ ਕਰਨਾ ਜਾਂ ਮੀਟ ਬੈਨ ਕਰਨਾ, ਬੇਸਿਕਲੀ ਤੁਸੀਂ ਇੱਕ ਰਿਲੀਜਨ ਨੂੰ ਪ੍ਰੋਟੈਕਟ ਕਰਨ ਵਾਸਤੇ ਦੂਜੇ ਰਿਲੀਜਨ ਦੀ ਭਾਵਨਾ ਨੂੰ ਹਰਟ ਕਰ ਰਹੇ ਹੋ, ਜਿਹਦੇ ਕਰਕੇ ਇਸ਼ੂਜ਼ ਆਉਣਗੇ ਹੀ ਆਉਣਗੇ। ਸੋ ਆਨ ਦ ਪੀਪਲ ਜਿਹੜੇ ਕੈਨੇਡੀਅਨ ਰੂਲਸ ਜਾਂ ਕੈਨੇਡੀਅਨ ਵੈਲਿਊਜ਼ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਡਿਸਰਿਸਪੈਕਟ ਤਾਂ ਨਹੀਂ ਕਰ ਰਹੇ? I don't think ਅਸੀਂ ਡਿਸਰਿਸਪੈਕਟ ਕਰ ਰਹੇ ਹਾਂ, ਅਸੀਂ ਕੈਨੇਡੀਅਨ ਅੰਡਰਸਟੈਂਡ ਕਰਦੇ ਹਾਂ ਕਿ ਇਹਨਾਂ ਦਾ ਰਿਲੀਜਨ ਹੈ। ਸੋ ਸਮ ਪੀਪਲ, ਤੁਸੀਂ ਦੋਨੇ ਕਹਿ ਰਹੇ ਸੀ ਕਿ ਜਿਹੜੇ ਕੁਝ ਲੋਕ ਨੇ, ਜੇ ਉਹ ਨਿਕਾਬ ਪਾਉਂਦੇ ਨੇ, ਫੇਸ ਕਵਰ ਕਰਦੇ ਨੇ, ਜੇ ਉਹ ਇੱਕ ਮੁਸਲਿਮ ਔਰਤ ਆ ਤਾਂ ਅਲਾਉਡ ਆ, ਪਰ ਜੇ ਉਹੀ ਫੇਸ ਕਵਰਿੰਗ ਕੋਈ ਹੋਰ ਪਾ ਕੇ ਕੈਨੇਡੀਅਨ ਆ ਜਾਂਦਾ ਤਾਂ no, they are not allowed. Is that right? ਜੀ ਰਿਲੀਜੀਅਸ ਅਗੇਨ ਦੁਬਾਰਾ ਗੱਲ ਕਰ ਰਹੇ ਹਾਂ, ਰਿਲੀਜੀਅਸ ਬਿਲੀਫ ਦੇ How about Canadian values, ਪਰਮਿੰਦਰ ਸਿੰਘ ਜੀ? How about Canadian values? ਕੈਨੇਡੀਅਨ ਵੈਲਿਊਜ਼ ਇਹੀ ਹੈਗੀਆਂ ਕਿ ਅਸੀਂ ਅਗਲੇ ਦੇ ਧਰਮ ਦੀ ਪੂਰੀ ਰਿਸਪੈਕਟ ਕਰੀਏ। that is Canadian values। ਹੋਰ ਤੁਸੀਂ ਕੀ ਚਾਹੁੰਦੇ ਹੋ ਕਿ ਹੁਣ ਅਗਲੇ ਦੀ ਧਰਮ ਦੀ ਅਸੀਂ ਕੋਈ ਰਿਸਪੈਕਟ ਨਾ ਕਰੀਏ, ਕੈਨੇਡੀਅਨ ਵੈਲਿਊਜ਼ ਦਾ ਗੁਣ ਗਾਈ ਚੱਲੀਏ? ਇੱਕ ਮੁਸਲਮਾਨ ਔਰਤ ਫੇਸ ਕਵਰ ਕਰਕੇ ਸਿਟੀਜ਼ਨਸ਼ਿਪ ਦੀ ਓਥ ਸੈਰੇਮਨੀ ਦੇ ਵਿੱਚ ਜਾ ਸਕਦੀ ਆ, ਪਰ ਇੱਕ ਗੋਰੀ ਔਰਤ ਬੁਰਕਾ ਤਾਂ ਨਹੀਂ, ਫੇਸ ਕਵਰ ਕਰਕੇ ਉੱਥੇ ਨਹੀਂ ਜਾ ਸਕਦੀ, ਕਿਉਂਕਿ ਜੇ ਗੋਰੀ ਔਰਤ ਪਾਉਂਦੀ ਆ ਤਾਂ ਉਸ ਨੂੰ ਅਸੀਂ ਨਿਕਾਬ ਜਾਂ ਬੁਰਕਾ ਨਹੀਂ ਕਹਿੰਦੇ। Is that what you saying?
ਮੈਂ ਕਹਿ ਰਿਹਾ ਦਵਿੰਦਰ ਜੀ, ਅਗਰ ਉਸ ਦਾ ਧਰਮ ਦਾ ਕੋਈ ਬਲੀਫ ਹੈਗਾ ਆ ਜਿਹਦੇ ਅੰਡਰ ਉਹ ਆਪਣਾ ਜਿਹੜਾ ਉਹ ਕਿਹੜਾ ਟੈਸਟ ਆ ਜਿਹੜਾ ਤੁਹਾਨੂੰ ਟੈਸਟ ਦੇਣਾ ਪਊਗਾ ਕਿ ਮੈਂ ਧਰਮ ਦੇ ਵਿੱਚ ਬਲੀਵ ਕਰਦਾ ਜਾਂ ਨਹੀਂ? ਦਵਿੰਦਰ ਜੀ ਇਹ ਨਹੀਂ ਮੈਨੂੰ ਪਤਾ। ਯੂ ਆਰ ਡਿਸਕ੍ਰਿਮੀਨੇਟਿੰਗ ਕੈਨੇਡੀਅਨਸ। ਇੱਕ ਮਿੰਟ, ਫਿਰ ਠੀਕ ਆ, ਫਿਰ ਕੱਲ ਨੂੰ ਤੁਸੀਂ ਇਹ ਵੀ ਕਹੋਗੇ ਕਿ ਹਾਂਜੀ ਅਸੀਂ ਪੱਗ ਬੰਨ ਕੇ ਸਿਟੀਜ਼ਨਸ਼ਿਪ ਨਹੀਂ। ਪਰਮਿੰਦਰ ਸਿੰਘ ਜੀ, ਪਰਪਿੰਦਰ ਸਿੰਘ ਜੀ, ਪੱਗ ਨਾਲ ਕਿਹੜਾ ਫੇਸ ਕਵਰ ਹੁੰਦਾ ਮੈਨੂੰ ਦੱਸਿਓ ਮਾੜਾ ਜਿਹਾ। ਨਹੀਂ, ਮੈਂ ਪੁਆਇੰਟ ਆਪਣਾ ਅੱਗੇ ਰੱਖ ਰਿਹਾ ਕਿ ਕੱਲ ਮੈਂ ਫੇਸ ਕਵਰਿੰਗ ਦੀ ਗੱਲ ਕਰ ਰਿਹਾ। I'm just talking about the face covering. Don't try to divert it to the turban. We can talk about turban. ਦਵਿੰਦਰ ਜੀ, ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਤੁਸੀਂ ਅੱਜ ਇਹ ਗੱਲ ਕਰ ਰਹੇ ਹੋ, ਕੱਲ ਨੂੰ ਕਹੋਗੇ ਕਿ ਹਾਂਜੀ ਟਰਬਨ ਵੀ ਅਲਾਉਡ ਨਹੀਂ ਹੈਗੀ, ਫਿਰ ਤੁਸੀਂ ਕਹੋਗੇ ਇਹ ਤੁਹਾਡਾ ਰਿਲੀਜੀਅਸ ਬਲੀਫ ਨਹੀਂ ਹੈਗਾ। I'm only saying ਮੈਂ ਕਿਸੇ ਦੇਖੋ ਨਾ ਤਾਂ ਮੈਂ ਨਕਾਬ ਦੀ, ਨਾ ਬੁਰਕੇ ਦੀ, ਨਾ ਮੈਂ ਪੱਗ ਦੀ ਕੋਈ ਬੇਅਦਬੀ ਵਾਲੀ ਗੱਲ ਨਹੀਂ ਕਰ ਰਿਹਾ। ਮੈਂ ਸਿਰਫ ਫੇਸ ਕਵਰਿੰਗ ਦੀ ਗੱਲ ਕਰ ਰਿਹਾ। ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਜਿਹੜੀ ਗੋਰੀ ਔਰਤ ਉਹ ਉਸ ਜਿਹੜਾ ਫੇਸ ਕਵਰ ਕਰਕੇ ਜਾਊਗੀ ਉਸ ਨੂੰ ਅਸੀਂ ਨਕਾਬ ਕਵਾਂਗੇ ਜਾਂ ਹਜਾਬ ਕਵਾਂਗੇ ਜਾਂ ਬੁਰਕਾ ਕਵਾਂਗੇ। ਆਮ ਜਸਟ ਸੇਇੰਗ ਕਿ ਫੇਸ ਕਵਰਿੰਗ ਜਿਹੜੀ ਰੂਲਿੰਗ ਆ ਫੇਸ ਕਵਰਿੰਗ ਦੇ ਉੱਤੇ ਹੋਈ ਆ ਕਿ ਫੇਸ ਕਵਰਿੰਗ ਇਜ਼ ਅਲਾਉਡ। ਉਸ ਫੇਸ ਕਵਰਿੰਗ ਨੂੰ ਜਿਹੜੀ ਮੁਸਲਿਮ ਔਰਤ ਨੇ ਪਹਿਲੇ ਹੁੰਦਾ ਉਹ ਰਿਲੀਜੀਅਸ ਸਿੰਬਲ ਬਣ ਕੇ ਨਕਾਬ ਬਣਦਾ। ਐਮ ਆਈ ਰਾਈਟ অর ਨਾਟ? ਬਿਲਕੁਲ ਦਵਿੰਦਰ ਜੀ, ਰਿਲੀਜੀਅਸ ਸਿੰਬਲ ਬਣ ਕੇ ਹੀ ਉਹ ਨਕਾਬ ਬਣਦਾ। ਓਕੇ, ਸੋ ਜੇ ਗੋਰੀ ਔਰਤ ਪਾ ਕੇ ਆਉਂਦੀ ਆ ਉਸ ਨੂੰ ਅਸੀਂ ਨਕਾਬ ਤੇ ਹਜਾਬ ਨਹੀਂ ਕਵਾਂਗੇ ਤਾਂ ਉਸ ਨੂੰ ਇਹ ਗੱਲ ਦੀ ਪਰਮਿਸ਼ਨ ਨਹੀਂ ਮਿਲੂ। ਤੁਸੀਂ ਦੇਖੋ ਹੁਣ ਗੋਰੀ ਔਰਤ ਵੀ ਮੁਸਲਮਾਨ ਹੋ ਸਕਦੀ ਆ, ਇਹਦੇ ਵਿੱਚ ਤੁਹਾਨੂੰ ਉਹ ਤੁਸੀਂ ਉਹਨੂੰ ਜਨਰਲਾਈਜ਼ ਨਹੀਂ ਕਰ ਸਕਦੇ। ਬਟ she has to pass the test। ਅਗਰ ਉਹਦਾ ਧਰਮ ਸ਼ੀ ਹੈਜ਼ ਟੂ ਟੈਲ ਕਿ ਹਾਂਜੀ ਉਹਦੇ ਧਰਮ ਦੇ ਵਿੱਚ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਹ ਕਹਿੰਦੀ ਪਈ ਹੈ ਕਿ ਹਾਂਜੀ ਉਹਨੂੰ ਆਪਣਾ ਫੇਸ ਕਵਰ ਕਰਨ ਦੀ ਜ਼ਰੂਰਤ ਹੈਗੀ ਆ। ਸੋ ਹਰਪ੍ਰੀਤ ਜੀ, she has to pass the test or not? ਪਹਿਲੀ ਗੱਲ ਤਾਂ ਦਵਿੰਦਰ ਜਿਹੜੀ ਇਹ ਕੋਰਟ ਰੂਲਿੰਗ ਆਈ ਹੈ ਨਕਾਬ ਉੱਤੇ ਆਈ ਹੈ, ਫੇਸ ਕਵਰਿੰਗ ਉੱਤੇ ਨਹੀਂ ਆਈ ਹੈ। This is a face covering। ਨਹੀਂ, ਬਟ ਇਸ ਸੇ ਪਾਰਟਿਕੂਲਰ ਕਾਈਂਡ ਆਫ ਫੇਸ ਕਵਰਿੰਗ ਜਦੋਂ ਆਪਾਂ ਨਕਾਬ ਦੀ ਗੱਲ ਕਰਦੇ ਹਾਂ that means ਕਿ ਇੱਕ ਰਿਲੀਜਨ ਨੂੰ ਰਿਪਰੈਜ਼ੈਂਟ ਕਰਦੀ ਹੈ। That was the ban on face coverings। ਨਹੀਂ, ਤੁਸੀਂ ਜੇ ਵੇਖੋ ਫੈਡਰਲ ਅਪੀਲ ਓਵਰ ਨਕਾਬ ਐਟ ਸਿਟੀਜ਼ਨ ਸੈਰਾਮਨੀ ਡਿਸਮਿਸਡ। ਬੇਸਿਕਲੀ ਫੈਡਰਲ ਨੇ ਨਕਾਬ ਤੇ ਇੱਕ ਪਾਰਟਿਕੂਲਰ ਫੇਸ ਕਵਰਿੰਗ ਤੇ ਅਪੀਲ ਕੀਤੀ ਜੋ ਡਿਸਮਿਸ ਕੀਤੀ ਗਈ ਹੈ। ਓਕੇ, ਲੈਟ ਮੀ ਟੈਲ ਯੂ, ਕਿਸੇ ਪਾਸੇ ਬਿੱਲ ਦੇ ਉੱਤੇ ਨਕਾਬ ਲਿਖਿਆ ਸੀ, ਫੇਸ ਕਵਰਿੰਗ ਦੀ ਗੱਲ ਹੋ ਰਹੀ ਸੀ। ਤੇ ਇਹਦਾ ਮਤਲਬ ਕਿ ਕੰਜ਼ਰਵੇਟਿਵ ਗਵਰਨਮੈਂਟ ਕਨਫਿਊਜ਼ ਸੀ? No, it's not confused। Basically ਜੇ ਇਸਲਾਮ ਧਰਮ ਦੇ ਵਿੱਚ ਆ ਕਿਉਂਕਿ ਮੁਸਲਿਮ ਔਰਤ ਨਕਾਬ ਪਹਿਨਦੀ ਆ ਇਸ ਲਈ ਜ਼ਿਆਦਾ ਜਿਹੜੇ ਹਰਟ ਹੋ ਰਹੇ ਸੀ ਉਹ ਮੁਸਲਿਮ ਹੀ ਹੋ ਰਹੇ ਸੀ। ਪਰ ਮੇਰਾ ਕਹਿਣ ਦਾ ਮਤਲਬ ਆ ਜੇ ਤੁਹਾਡਾ ਰਿਲੀਜੀਅਸ ਸਿੰਬਲ ਹੈਗਾ, ਰਿਲੀਜੀਅਸ ਸਿੰਬਲ ਵੀ ਗਵਰਨਮੈਂਟ ਨੂੰ ਡਿਸਾਈਡ ਕਰਨਾ ਪੈਣਾ ਕਿ ਰਿਲੀਜੀਅਸ ਸਿੰਬਲ ਹੈ ਜਾਂ ਨਹੀਂ। ਜੇ ਤਾਂ ਮੁਸਲਿਮ ਔਰਤ ਆਪਣਾ ਧਰਮ ਪ੍ਰਚਾਰ ਕਰ ਰਹੀ ਆ then they have to give the permission to only Muslim women। ਪਰ ਦੂਜੇ ਪਾਸੇ ਜਦੋਂ ਕੈਨੇਡੀਅਨ ਵੈਲਿਊਜ਼ ਦਾ ਖਿਲਵਾੜ ਹੋਊਗਾ I don't think any Canadian will like it। ਦੇਖੋ ਦਵਿੰਦਰ ਜੀ, ਤੁਸੀਂ ਆਖਿਆ ਕਿ ਰਿਲੀਜੀਅਸ ਸਿੰਬਲਸ ਸਰਕਾਰ ਨੂੰ ਡਿਫਾਈਨ ਕਰਨੇ ਪੈਣੇ, ਐਕਚੁਅਲੀ ਆਹ ਪੁਆਇੰਟ ਨਾ ਤੁਹਾਡਾ ਵੈਲਿਡ ਆ ਕਿਉਂਕਿ ਜਦੋਂ ਹੀ ਮੈਂ 에ਅਰਪੋਰਟ ਤੋਂ ਜਾਂਦਾ ਮੈਂ ਕੜਾ ਪਾਇਆ ਹੋਇਆ ਵਾ, ਮੇਰਾ ਇੰਨਾ ਟਾਈਟ ਹੈ ਕਿ ਉਤਰਦਾ ਨਹੀਂ ਆ ਐਂਡ ਉਹ ਮੈਨੂੰ ਹਮੇਸ਼ਾ ਕੀ ਕਹਿੰਦੇ ਇਸ਼ੂ ਆਉਂਦਾ, ਮੈਨੂੰ ਆਂਦੇ ਲਾ ਸਕਦਾ ਮੈਂ ਨਹੀਂ ਲਾ ਸਕਦਾ ਐਂਡ ਦੇ ਟੈਲ ਮੀ ਕਿ ਵੀ ਨੋ ਇਟਸ ਯੂਰ ਰਿਲੀਜੀਅਸ ਸਿੰਬਲ ਤੇ ਜਾਂ ਤੇ ਸਾਨੂੰ ਤੈਨੂੰ ਕੀ ਕਹਿੰਦੇ ਆ ਚੈੱਕ ਕਰਨਾ ਪਊਗਾ ਜਾਂ ਫਿਰ you know you have to take it out and I usually agree ki I understand it's my religious symbol but ਹਾਂ ਇੱਥੇ ਸਿਕਿਉਰਿਟੀ ਕੰਸਰਨ ਹੈਗਾ ਵਾ ਤੇ ਜੇ ਮੈਨੂੰ ਚੈੱਕ ਕਰਨਾ ਚਾਹੁੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਦੇਖੋ ਜਿਹੜੇ ਆਪਣੇ ਵੀ ਸਿੱਖਾਂ ਦੇ ਧਰਮ ਦੇ ਵਿੱਚ ਕੋਈ ਨੇਂਜ ਸਿੰਘ ਨੇ ਜਾਂ ਕੋਈ ਵੱਡੇ ਗ੍ਰੰਥੀ ਨੇ ਜਾਂ ਬਾਬਾ ਜੀ ਨੇ 3-3 ਫੁੱਟੀ ਕਿਰਪਾਨ ਇੰਡੀਆ ਦੇ ਵਿੱਚ ਸ਼ਰੇਆਮ ਲੈ ਕੇ ਤੁਰੇ ਫਿਰਦੇ ਨੇ, ਪਰ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਆਉਂਦੇ ਨੇ ਕੋਈ 에ਅਰਲਾਈਨ ਉਹਨਾਂ ਨੂੰ ਅਲਾਉ ਨਹੀਂ ਕਰਦੀ ਕਿ 3 ਫੁੱਟੀ ਕਿਰਪਾਨ ਲੈ ਕੇ ਆ ਜਾਣ। ਸੋ ਦਿਸ ਇਜ਼ ਕਾਲਡ ਦ ਐਡਜਸਟਮੈਂਟ ਬਾਈ ਦ ਲਾ ਆਫ ਦ ਲੈਂਡ। ਲਾ ਆਫ ਦ ਲੈਂਡ ਇੱਥੇ ਇਹ ਸੀਗਾ, ਕੈਨੇਡੀਅਨ ਗਵਰਨਮੈਂਟ ਨੇ ਰੂਲ ਬਣਾਏ। ਮੈਂ ਨਹੀਂ ਕਹਿੰਦਾ ਕਿ ਰੂਲ ਚੰਗਾ ਸੀ ਮਾੜਾ ਸੀ, ਲੈਟਸ ਡੋਂਟ ਗੈਟ ਇਨਟੂ ਦਿਸ। ਕਈ ਬਿੱਲ ਇਹੋ ਜਿਹੇ ਲੈ ਕੇ ਆਉਂਦੇ ਨੇ, ਡੇ ਰਾਈਟਸ ਦੀ ਗੱਲ ਕਰ ਲਈਏ, ਅਸਿਸਟਡ ਸੁਸਾਈਡ ਦੀ ਗੱਲ ਕਰ ਲਈਏ, ਐਬੋਰੀਜਨਲ ਦੇ ਜਿਹੜੇ ਗੱਲ ਕੀਤੀ ਸੀ ਜਾਂ ਰਿਫਿਊਜੀ ਹੈਲਥ ਕੇਅਰ ਦੀ ਗੱਲ ਕੀਤੀ ਹੋਵੇ। ਸਟੀਵਨ ਹਾਰਪਰ ਜੀ ਨੇ ਇੰਨੇ ਕੰਟਰੋਵਰਸੀਅਲ ਬਿੱਲ ਲਿਆ ਕੇ ਮੈਜੋਰਟੀ ਦੇ ਵਿੱਚੋਂ ਪਾਸ ਕਰਾਏ ਨੇ ਕਿ ਜ਼ਿਆਦਾਤਰ ਬਿੱਲ ਜ਼ਿਆਦਾ ਸੁਪਰੀਮ ਕੋਰਟ ਦੇ ਵਿੱਚ ਸਟਕ ਡਾਊਨ ਹੋ ਗਏ ਨੇ, ਉਹ ਵਾਪਸ ਆ ਗਏ ਨੇ। ਕਿਸੇ ਵੀ ਗਵਰਨਮੈਂਟ ਦੇ ਲਈ ਇਹ ਕਾਫੀ ਬਦਨਾਮੀ ਵਾਲੀ ਗੱਲ ਹੁੰਦੀ ਆ ਕਿ ਜਦੋਂ ਬਿੱਲ ਜਾਂਦੇ ਹੋਣ। ਹੁਣ ਇੱਥੇ ਗੱਲ ਹੈਗੀ ਆ ਰਿਲੀਜਨ ਨਾਲ ਜੁੜੀ ਹੋਈ। ਮੈਂ ਸੈਕਸ਼ੂਅਲ ਓਰੀਐਂਟੇਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਦੂਜੀ ਗੱਲ ਨਹੀਂ ਕਰ ਰਿਹਾ, ਰਿਫਿਊਜੀਜ਼ ਦੀ ਗੱਲ ਨਹੀਂ ਕਰ ਰਿਹਾ ਕਿ ਉਹਨਾਂ ਨੂੰ ਹੈਲਥ ਕੇਅਰ ਨਹੀਂ ਦੇਣਾ ਚਾਹੀਦਾ। ਪਰ ਜਦੋਂ ਇੱਥੇ ਗੱਲ ਆ ਜਾਂਦੀ ਆ ਇੱਕ ਮਿਨੋਰਟੀ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦੇ ਆ, ਮੈਂ ਤਾਂ ਸਿਰਫ ਇਹ ਕਹਿਣਾ ਕਿ ਜਦੋਂ ਕੋਈ ਵੀ ਧਰਮ ਹੋਵੇ, ਜੇ ਕੁਝ ਧਰਮ ਚਿੰਨ੍ਹ ਦੀ ਤੁਸੀਂ ਪ੍ਰਵਾਨਗੀ ਦੇਣੀ ਸ਼ੁਰੂ ਕਰ ਦਿੱਤੀ ਤਾਂ ਕੈਨੇਡਾ ਨੂੰ ਆਪਣਾ ਚਾਰਟਰ ਤੇ ਫਰੀडम ਆਫ ਸਪੀਚ ਤੇ ਫਰੀडम ਆਫ ਜਿਹੜਾ ਐਕਸਪ੍ਰੈਸ਼ਨ ਆ ਉਹ ਦੁਬਾਰਾ ਖੋਲ੍ਹਣਾ ਪਊਗਾ ਕਿਉਂਕਿ ਕਈ ਚੀਜ਼ਾਂ ਇਹਨਾਂ ਦੇ ਵਿੱਚ
ਬੜੀਆਂ ਕਲੀਅਰ ਨੇ, ਕਈ ਨਹੀਂ ਕਲੀਅਰ। ਕਲੈਰਿਟੀ ਦੇ ਲਈ ਬਾਰ-ਬਾਰ ਤੁਸੀਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਜਦੋਂ ਮੈਂ ਤੁਸੀਂ ਗੱਲ ਕੀਤੀ ਸੀ ਕਿ ਕੱਲ ਨੂੰ ਉੱਥੇ ਸ਼ੋਅ ਹੁੰਦਾ, ਸੋ ਇਟ ਨੀਡਸ ਟੂ ਬੀ ਕਲੀਅਰ ਇਫ ਇਜ਼ ਓਨਡ ਬਾਈ ਸਿਟੀ ਆਫ ਕੈਲਗਰੀ, ਡੂ ਦੇ ਅਲਾਉ ਸ੍ਰੀ ਸਾਹਿਬ ਔਰ ਨਾਟ। ਮੈਂ ਸਿਰਫ ਇਹ ਕਹਿੰਦਾ ਵੀ ਉੱਥੇ ਲਿਖਿਆ ਹੋਣਾ ਚਾਹੀਦਾ ਸਾਈਨ ਤੇ ਅਲਾਉਡ ਹੈ ਜਾਂ ਨਹੀਂ। ਹੁਣ ਉਸ ਦੀ ਜਿਵੇਂ ਵਿਰੋਧਤਾ ਹੁੰਦੀ ਆ ਜਾਂ ਉਸਦੀ ਲੋਕੀ ਉਹਨੂੰ ਸ਼ਰਾਉਂਦੇ ਨੇ, ਉਹ ਬਾਅਦ ਦੀ ਗੱਲ ਆ, ਪਰ ਆਈ ਥਿੰਕ ਐਵਰੀਥਿੰਗ ਸ਼ੁੱਡ ਬੀ ਬਲੈਕ ਐਂਡ ਵਾਈਟ। ਹੁਣ ਮੇਰਾ ਖਿਆਲ ਆ ਜਿੱਥੇ ਤੱਕ ਇਲੈਕਸ਼ਨ ਕੈਂਪੇਨ ਪਹੁੰਚ ਚੁੱਕਿਆ, ਅਸੀਂ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਕਰਾਂਗੇ ਕਿ ਕੱਲ ਨੂੰ ਸਾਰੀਆਂ ਪਾਰਟੀਆਂ ਨੇ ਤੁਹਾਡੇ ਦਰਵਾਜ਼ੇ ਖੜਕਾਉਣੇ ਨੇ ਵੋਟਾਂ ਲੈਣ ਲਈ। ਤੁਹਾਡੇ ਵਿਚਾਰ ਚਾਹੇ ਨਕਾਬ ਪਾਉਣ ਦੇ ਲਈ ਸਹਿਮਤ ਹੋਵੋ ਚਾਹੇ ਨਾ ਹੋਵੋ, ਪਰ ਇਹ ਜ਼ਰੂਰ ਆ ਅੱਜ ਉਹਨਾਂ ਤੋਂ ਜ਼ਰੂਰ ਪੁੱਛਿਓ, ਕਿਉਂਕਿ ਇਹੀ ਲੀਡਰ ਅੱਜ ਕੁਝ ਹੋਰ ਕਹਿੰਦੇ ਨੇ, ਬਿੱਲ ਬਣਾਉਣ ਵੇਲੇ ਵੋਟ ਦੂਜੇ ਪਾਸੇ ਪਾ ਜਾਂਦੇ ਨੇ। ਸੋ ਆਈ ਥਿੰਕ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੀ ਐਕਚੁਅਲ ਕਲੈਰਿਟੀ ਅਕਤੂਬਰ 19 ਨੂੰ ਜਿਹੜੀ ਮਿਲਣੀ ਚਾਹੀਦੀ ਆ। people want to know their right, they should ask them। ਕੋਈ ਐਂਡ ਦਵਿੰਦਰ ਜੀ ਮੈਂ ਆਂਦਾ ਕਿ ਸਿਰਫ ਕੰਜ਼ਰਵੇਟਿਵ ਨਾ ਪੁੱਛਿਓ, ਲਿਬਰਲ ਨੂੰ ਪੁੱਛਿਓ, ਐਨਡੀਪੀ ਨੂੰ ਪੁੱਛਿਓ, ਕਿਉਂਕਿ ਤੁਸੀਂ ਇਹ ਨਾ ਭੁੱਲ ਜਿਓ ਕਿ ਇਹ ਨਾ ਸੋਚੋ ਕਿ ਬਿੱਲ ਕੰਜ਼ਰਵੇਟਿਵ ਦਾ ਹੈ, ਕਿਉਂਕਿ ਜਦੋਂ ਵੀ ਜਿਹੜਾ ਵੀ ਪਾਵਰ 'ਚ ਜਾਊਗਾ ਉਹਨਾਂ ਨੇ ਜੋ ਕੰਮ ਕਰਨੇ ਆ ਉਹ ਬਾਅਦ 'ਚ ਆਪਣੇ ਹਿਸਾਬ ਨਾਲ ਕੰਮ ਕਰਦੇ ਆ। ਆਈ ਥਿੰਕ ਜਿੰਨੇ ਵੀ ਕੈਂਡੀਡੇਟ ਨੇ ਦਵਿੰਦਰ ਜੀ, ਕੰਜ਼ਰਵੇਟਿਵ, ਲਿਬਰਲ, ਜਿਹੜੀ ਮਰਜ਼ੀ ਪਾਰਟੀ ਦੇ ਨੇ, ਯੂ ਸ਼ੁੱਡ ਆਸਕ them ਕਿ what do you think about it। ਜਦੋਂ ਜਿਵੇਂ ਪਰਮਿੰਦਰ ਸਿੰਘ ਜੀ ਨੇ ਕਿਹਾ ਕਿ ਇਹ ਬਿੱਲ ਰੇਸਿਸਟ ਵੀ ਸੀ ਤੇ ਇਸਲਾਮੋਫੋਬਿਕ ਵੀ ਸੀਗਾ, ਜੇ ਗੱਲ ਸੱਚੀ ਤੁਸੀਂ ਦਿਲ ਨੂੰ ਲਾਣੇ ਹੋ ਕਿ ਇਹ ਰੇਸਿਸਟ ਤੇ ਇਸਲਾਮੋਫੋਬਿਕ ਸੀਗਾ, ਤਾਂ ਟਰੂਡੋ ਸਾਹਿਬ ਨੇ ਤੇ ਮਲਕੀਅਰ ਸਾਹਿਬ ਨੇ ਵੀ ਕੋਈ ਕਲੀਅਰ ਸਟੈਂਡ ਨਹੀਂ ਸੀ ਲਿਆ। ਸਟੀਵਨ ਹਾਰਪਰ ਤੇ ਤਾਂ ਬਲੇਮ ਲੱਗਣਾ ਹੀ ਹੈ, ਕਿਉਂਕਿ ਬਿੱਲ ਉਹਨਾਂ ਦੀ ਪਾਰਟੀ ਨੇ ਹੀ ਲਿਆਂਦਾ ਸੀ, ਉਹਨਾਂ ਦੇ ਹੀ ਮਲਟੀਕਲਚਰਜ਼ਮ ਮਿਨਿਸਟਰ ਸਰਦਾਰ ਟਿਮ ਉੱਪਲ ਨੇ ਲੈ ਕੇ ਆਂਦਾ ਸੀ ਇਹ ਬਿੱਲ। ਕਿੰਤੂ ਪਰੰਤੂ ਹੋਏ ਸੀ ਕਿ ਇੱਕ ਸਿੱਖ ਵੱਲੋਂ ਜੇ ਖੁਦ ਇੱਕ ਮਿਨੋਰਟੀ ਖੁਦ ਇੱਕ ਧਾਰਮਿਕ ਚਿੰਨ੍ਹ ਆਪਣੇ ਸਿਰ ਤੇ ਪਾਉਂਦੇ ਨੇ, ਉਹ ਸਿਰ ਤੇ ਪਾਉਣ ਵਾਲੇ ਧਾਰਮਿਕ ਚਿੰਨ੍ਹ ਦੇ ਵਿਰੁੱਧ ਬਿੱਲ ਕਿਵੇਂ ਲੈ ਕੇ ਆ ਸਕਦੇ ਨੇ। ਪਰ ਗੱਲ ਇੱਥੇ ਉਹ ਨਹੀਂ ਹੈਗੀ। ਉਸ ਵੇਲੇ ਤੁਹਾਡੇ ਕੋਲੇ ਕੋਈ ਪਾਵਰ ਨਹੀਂ ਸੀ ਵੋਟਰੋ, ਪਰ ਅੱਜ ਤੁਹਾਡੇ ਕੋਲੇ ਪਾਵਰ ਆ। ਜੇ ਉਹਨਾਂ ਨੇ ਚੰਗਾ ਕੀਤਾ ਸੀ ਤਾਂ ਕੰਜ਼ਰਵੇਟਿਵ ਦੀ ਗੱਲ ਚੰਗੀ ਹੋਈ, ਪਰ ਟਰੂਡੋ ਤੇ ਮਲਕੀਅਰ ਨੇ ਆਪਣੀ ਚੁੱਪੀ ਜ਼ਰੂਰ ਛਾਂਦੀ ਹੋਈ ਸੀ, ਪਰ ਬਹਾਨਾ ਜ਼ਰੂਰ ਸੀ ਕਿ ਸਾਡੀ ਵੋਟ ਤਾਂ ਮੈਟਰ ਹੀ ਨਹੀਂ ਕਰਦੀ। ਪਰ ਅੱਜ ਇਹ ਜ਼ਰੂਰ ਪੁੱਛਿਓ ਕਿ ਅਕਤੂਬਰ 19 ਤੋਂ ਬਾਅਦ ਇਹ ਰੂਲਿੰਗ ਅਪੀਲ ਹੋਊਗੀ ਜਾਂ ਨਹੀਂ। ਤਾਂ ਜੇ ਤੁਸੀਂ ਇੱਕ ਹੋਰ ਗੱਲ ਕੀਤੀ ਕਿ ਸਿਟੀ ਆਫ ਕੈਲਗਰੀ ਜਿਹੜੀ ਅੱਜ ਪਾਲਿਸੀ ਦੱਸੀ ਹੈ ਨੋ ਵੈਪਨਸ, ਪਰ ਡਿਡ ਸਿਟੀ ਆਫ ਕੈਲਗਰੀ ਡਿਫਾਈਨ ਕਿ ਸ੍ਰੀ ਸਾਹਿਬ ਨੂੰ ਉਹ ਵੈਪਨਸ ਮੰਨਦੇ ਕਿ ਨਹੀਂ ਮੰਨਦੇ? ਕਿਉਂਕਿ ਜੇ ਆਪਾਂ ਇਹਦੀ ਇੰਟਰਨੈਸ਼ਨਲ 에ਅਰਪੋਰਟ ਸਿਕਿਉਰਿਟੀ ਦੀ ਗੱਲ ਕਰੀਏ, ਆਪਾਂ ਕੈਨੇਡਾ ਦੀ ਜਿਹੜੀ ਏਜੰਸੀ ਆ ਜੋ 에ਅਰ ਟ੍ਰੈਫਿਕ ਸਿਕਿਉਰਿਟੀ ਨੂੰ ਕੰਟਰੋਲ ਕਰਦੀ ਆ, ਉਹਨਾਂ ਨੇ ਡਿਫਾਈਨ ਕੀਤਾ ਹੋਇਆ ਨਾ, ਇਹ ਵੀ ਡਿਫਾਈਨ ਕੀਤਾ ਹੋਇਆ ਕਿ ਜਿਹੜੀ ਕਿਰਪਾਨ ਆ ਉਹ ਇਦਾਂ ਪਲੇਨ 'ਚ ਨਹੀਂ ਅਲਾਉਡ ਆ। ਔਰ ਆਈ ਥਿੰਕ ਇਟਸ ਗੈਟਿੰਗ ਜਿਵੇਂ ਸਾਡੇ ਜਿਹੜੇ ਧਾਰਮਿਕ ਲੀਡਰ ਨੇ ਜਾਂ ਧਾਰਮਿਕ ਇੱਥੇ ਦੇ ਰਾਜਨੀਤਿਕ ਲੀਡਰ ਵੀ ਨੇ, ਆਈ ਥਿੰਕ ਦੇ ਨੀਡ ਟੂ ਟਾਕ ਟੂ ਦ ਮਿਊਨਿਸਪਲ ਗਵਰਨਮੈਂਟ। ਉਹਨਾਂ ਨੂੰ ਕਲੈਰਿਟੀ ਜ਼ਰੂਰ ਕਰਨੀ ਚਾਹੀਦੀ ਆ ਕਿ ਸ੍ਰੀ ਸਾਹਿਬ ਜਿਸ ਤੇ ਸ੍ਰੀ ਸਾਹਿਬ ਪਾਇਆ, ਜਦੋਂ ਤੁਸੀਂ ਸ਼ੋਅ ਦੇਖਣ ਜਾਂਦੇ ਹੋ ਉਸ ਵੇਲੇ ਨਾ ਪਤਾ ਲੱਗੇ ਕਿ ਸਿਟੀ ਇਸ ਨੂੰ ਵੈਪਨ ਮੰਨਦੀ ਆ ਜਾਂ ਨਹੀਂ। ਲੋੜ ਹੈਗੀ ਆ ਉਸ ਤੋਂ ਪਹਿਲਾਂ ਇਹ ਜੀ ਸਥਿਤੀ ਆਵੇ, ਉਸ ਤੋਂ ਪਹਿਲਾਂ ਹੀ ਸੋਲਵ ਕੀਤੀ ਜਾਵੇ। ਕਿਉਂਕਿ ਜਿਵੇਂ ਮੈਂ ਗੱਲ ਕੀਤੀ ਸੀ ਬਿੱਲ C-62 ਦੀ, ਉਹ ਕੁਬੈਕ ਦੇ ਵਿੱਚ ਲਿਬਰਲ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹ ਕਹਿ ਰਹੀ ਆ ਅਸੀਂ ਨਿਕਾਬ ਦੀ ਗੱਲ ਨਹੀਂ ਕਰ ਰਹੇ, ਅਸੀਂ ਸਿਰਫ ਫੇਸ ਕਵਰ ਕਰਨ ਦੀ ਗੱਲ ਕਰ ਰਹੇ ਹਾਂ। ਨਿਕਾਬ ਬਾਰੇ ਸਾਡੀ ਅਟਮੋਸਟ ਰਿਸਪੈਕਟ ਆ, ਪਰ ਅਸੀਂ ਫੇਸ ਕਵਰ ਕਰਨ ਨਹੀਂ ਦੇਵਾਂਗੇ। ਹੁਣ ਟੈਕਨੀਕਲੀ ਆਈ ਥਿੰਕ ਦੇ ਸ਼ੁੱਡ ਐਗਰੀ ਔਨ ਸਮਥਿੰਗ ਕਿ ਜਿਹੜੀ ਫੇਸ ਕਵਰਿੰਗ ਇਜ਼ ਦਾ ਓਨਲੀ ਥਿੰਗ ਇਜ਼ ਨਿਕਾਬ ਔਰ ਨਾਟ। ਕਿਉਂ ਪਰਵਿੰਦਰ ਸਿੰਘ ਜੀ? ਬਿਲਕੁਲ ਦਵਿੰਦਰ, ਡਿਫਾਈਨ ਕਰਨਾ ਜਿਹੜਾ ਹੈਗਾ ਉਹ ਕਾਫੀ ਮੁਸ਼ਕਿਲ ਹੈਗਾ, ਔਰ ਜਿੱਥੋਂ ਤੱਕ ਗੱਲ ਆਉਂਦੀ ਹੈ ਕਿ ਤੁਸੀਂ ਜਦੋਂ ਪਬਲਿਕ ਸਰਵਿਸ ਦੇ ਵਿੱਚ ਹੁੰਦੇ ਹੋ ਤੇ ਸ਼ਾਇਦ ਇਹ ਚੀਜ਼ ਪੋਸੀਬਲ ਨਹੀਂ ਹੈਗੀ। ਹਰਪ੍ਰੀਤ ਜੀ, ਜੇ ਤੁਸੀਂ ਪੁਲਿਸ ਅਫਸਰ ਹੋਵੋ, ਕਿਸੇ ਨੇ ਨਕਾਬ ਪਾਇਆ ਹੋਵੇ, ਟਿਕਟ ਕਿਵੇਂ ਦਿਓਗੇ? ਆਈ ਥਿੰਕ ਦਵਿੰਦਰ ਜੀ ਵੈਲਿਡ ਕੁਐਸਚਨ ਹੈ। ਜੇ ਮੈਂ ਪੁਲਿਸ ਅਫਸਰ ਹੋਵਾਂ, ਕਿਸੇ ਨੇ ਨਕਾਬ ਪਾਇਆ ਹੋਵੇ ਤੇ ਜੇ ਮੈਂ ਉਹਨਾਂ ਦਾ ਲਾਇਸੈਂਸ ਮੰਗੂੰਗਾ ਤੇ ਮੈਂ ਕਿਤੇ ਨਾ ਕਿਤੇ ਪੁਲਿਸ ਆਫਿਸਰ ਵੀ ਇਹ ਕਹੂਗਾ ਕਿ ਤੁਸੀਂ ਮੈਨੂੰ ਆਪਣਾ ਨਕਾਬ ਹਟਾ ਕੇ ਫੇਸ ਵਿਖਾਓ, ਕਿਉਂਕਿ ਮੈਂ ਕਨਫਰਮ ਕਰਾਂ ਕਿ ਜੋ ਮੇਰੇ ਕੋਲ ਲਾਇਸੈਂਸ ਹੈ ਉਹੀ ਬੰਦਾ ਡਰਾਈਵ ਕਰ ਰਿਹਾ ਵਾ। ਬਟ ਵਿਲ ਯੂ ਟੇਕ ਇਟ ਅ ਫੇਸ ਵੈਲਿਊ, ਜੇ ਜੋ ਵੀ ਆਈਡੀ ਦਿੱਤੀ ਉਸ ਨੂੰ ਹੀ ਪਰਸਨ ਨੂੰ ਟਿਕਟ ਦੇ ਦੋਗੇ ਵਿਦਆਊਟ ਲੁਕਿੰਗ ਐਟ ਦ ਫੇਸ? ਨਹੀਂ, ਆਈ ਥਿੰਕ ਯੂ ਸ਼ੁੱਡ ਲੁੱਕ ਐਟ ਇਟ, ਬਿਕਾਜ਼ ਅਗੇਨ ਦਵਿੰਦਰ ਜੀ ਇੱਥੇ ਵੀ ਸਿਕਿਉਰਿਟੀ ਕੰਸਰਨ ਆ ਗਿਆ। ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਜੇ ਮੇਰੇ ਲਾਇਸੈਂਸ ਆ ਕਿ ਨੇ ਮੇਰਾ ਲਾਇਸੈਂਸ ਦੇ ਦਿੱਤਾ ਤੇ ਮੇਰਾ ਡਰਾਈਵਰ ਦਾ ਫੇਸ ਵੀ ਨਹੀਂ ਚੈੱਕ ਕੀਤਾ ਗਿਆ ਤੇ ਟਿਕਟ ਮੈਨੂੰ ਮਿਲ ਗਈ, ਉਹ ਵੀ ਰੋਂਗ ਆ। ਆਈ ਥਿੰਕ ਐਂਡ ਪੁਲਿਸ ਡੂ ਹੈਵ ਅ ਅਥਾਰਟੀ ਟੂ ਚੈੱਕ ਕਿ ਕਹਿੰਦੇ ਇਹ ਜਿਹੜਾ ਪਰਸਨ ਆ ਇਜ਼ ਦ ਸੇਮ ਪਰਸਨ ਹੂ ਇਜ਼ ਔਨ ਦ ਲਾਇਸੈਂਸ। ਹਾਊ ਅਬਾਊਟ ਯੂ ਪਰਮਿੰਦਰ ਸਿੰਘ ਜੀ, ਕਿ ਤੁਸੀਂ ਥਾਣੇਦਾਰ ਬਣ ਜਾਓ, ਤੁਸੀਂ ਕੀ ਕਰੋਗੇ? ਬਿਲਕੁਲ ਦਵਿੰਦਰ ਜੀ, ਇਹ ਆਈ ਥਿੰਕ ਇੱਕ ਪੁਲਿਸ ਆਫੀਸਰ ਦਾ ਅਧਿਕਾਰ ਹੈਗਾ ਹੈ ਕਿ ਉਹ ਜਿਹੜਾ ਵੀ ਪਰਸਨ ਹੈਗਾ ਉਹਨੂੰ ਕਹਿ ਸਕਦਾ ਹੈ ਕਿ ਹਾਂਜੀ ਤੁਹਾਨੂੰ ਆਪਣਾ ਜਿਹੜਾ ਚਿਹਰਾ ਉਹ ਦਿਖਾਉਣਾ ਹੀ ਪੈਣਾ। ਆਈ ਥਿੰਕ ਇਹ ਦਿਖਾਉਣਾ ਪੈਂਦਾ ਹੀ ਹੈ ਜਦੋਂ ਤੁਸੀਂ ਆਪਣੀ ਆਇਡੈਂਟੀਟੀ ਪ੍ਰੂਵ ਕਰਨੀ ਹੁੰਦੀ ਹੈ। ਯੂ ਹੈਵ ਟੂ ਡੂ ਇਟ। ਇਹਦੇ ਵਿੱਚ ਸੋ ਇਫ ਵੀ ਹੈਵ ਅ ਪ੍ਰੋਬਲਮ ਦਿਸ ਕੈਨ ਬੀ ਚੈਲੰਜ ਇਨ ਦ ਕੋਰਟ ਟੂ।
ਨੋ ਇਹਦੇ ਵਿੱਚ ਆਈ ਥਿੰਕ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਦੋਂ ਤੁਹਾਨੂੰ ਸਿਕਿਉਰਿਟੀ ਕੰਸਰਨ ਹੈਗਾ, ਜਦੋਂ ਤੁਸੀਂ ਆਪਣੀ ਆਇਡੈਂਟੀਟੀ ਪ੍ਰੂਫ ਕਰਨੀ ਹੈ, ਯੂ ਹੈਵ ਟੂ ਡੂ ਇਟ। ਓਕੇ, ਪਰ ਇੱਥੇ ਇਹ ਵੀ ਗੱਲ ਹੈ ਦਵਿੰਦਰ, ਜਦੋਂ ਪੁਲਿਸ ਆਫੀਸਰ ਤੁਹਾਨੂੰ ਕਾਰ ਤੁਹਾਡੀ ਰੋਕਦਾ ਵਾ, ਆਈ ਥਿੰਕ ਦੈਟਸ ਅ ਪਬਲਿਕ ਸਪੌਟ। ਰੌਲਾ ਇਹ ਆ ਕਿ ਧਾਰਮਿਕ ਚਿੰਨ੍ਹਾਂ ਬਾਰੇ ਆਮ ਸਹਿਮਤੀ ਹੋਣੀ ਕਾਫੀ ਮੁਸ਼ਕਲ ਆ। ਜੇ ਮੈਂ ਸਿੱਖ ਹਾਂ, ਕੋਈ ਸਿੱਖ ਦੇ ਧਾਰਮਿਕ ਚਿੰਨ੍ਹ ਤੇ ਪ੍ਰਸ਼ਨ ਚਿੰਨ੍ਹ ਲੱਗਦੇ ਨੇ, ਸਾਨੂੰ ਬਹੁਤ ਤਕਲੀਫ ਹੁੰਦੀ ਆ। ਜੇ ਕੋਈ ਇਸਲਾਮ ਧਰਮ ਨਾਲ ਸੰਬੰਧਿਤ ਆ, ਉਸ ਨੂੰ ਕੋਈ ਲੱਗਦਾ ਤਾਂ ਉਹਨਾਂ ਨੂੰ ਵੀ ਚਿੰਤਾ ਹੁੰਦੀ ਆ। ਪਰ ਅਸੀਂ ਇੱਥੇ ਯੂਨੀਫਾਰਮ ਸੁਸਾਇਟੀ ਦੇ ਵਿੱਚ ਜਦੋਂ ਰਹਿਣ ਆਏ ਆ, ਤਾਂ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਇਹ ਸਾਰੀਆਂ ਕਲੀਅਰ ਹੋਣੀਆਂ ਚਾਹੀਦੀਆਂ ਨੇ। ਇੱਕ ਦੂਜੇ ਦੇ ਰਿਲੀਜੀਅਸ ਸਿੰਬਲ ਰਿਸਪੈਕਟ ਕਰਨੀ ਬਣਦੀ ਆ, ਕਰਨੀ ਵੀ ਚਾਹੀਦੀ ਆ। ਫਰੀडम ਆਫ ਚਾਰਟਰ ਜਿਹੜੇ ਰਾਈਟ ਨੇ, ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਅਸੀਂ ਜੇ ਆਪਣੀ ਫਰੀडम ਦੀ ਗੱਲ ਕਰਦੇ ਹਾਂ, ਕਿਸੇ ਦੂਜੇ ਦੀ ਫਰੀडम ਖੋ ਵੀ ਨਹੀਂ ਸਕਦੇ। ਸੋ ਮੇਰਾ ਖਿਆਲ ਆ ਜਿਹੜੀਆਂ ਇਨੀਸ਼ੀਏਟ ਸਟੇਜ ਤੇ ਪ੍ਰੋਬਲਮਸ ਆਉਂਦੀਆਂ ਨੇ, ਜਦੋਂ ਅਸੀਂ ਸੁਸਾਇਟੀ ਦੇ ਵਿੱਚ ਕਾਫੀ ਮਲਟੀਕਲਚਰਲਿਜ਼ਮ ਸੁਸਾਇਟੀ ਦੇ ਵਿੱਚ ਡਿਫਰੈਂਟ ਕਾਈਂਡ ਆਫ ਰਿਲੀਜਨ ਮਰਜ ਕਰਨ ਦੀ ਗੱਲ ਕਰਦੇ ਹਾਂ, ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਇਹ ਆਉਣੀਆਂ ਸਨ। ਗੁੱਡ ਗੱਲ ਇਹ ਆ ਕਿ ਹੁਣ ਜਿਹੜੀ ਗੌਰਮੈਂਟ ਆ ਉਹ ਵੀ ਇਸ ਤੇ ਡਿਸਾਈਡ ਕਰ ਰਹੀ ਹੈ ਕਿ ਇਹੋ ਜਿਹੇ ਬਿੱਲ ਲਿਆਉਣੇ ਚਾਹੀਦੇ ਨੇ ਜਾਂ ਨਹੀਂ। ਕੋਰਟ ਵੀ ਆਪਣੇ ਫੈਸਲੇ ਦਊਗੀ। ਹੁਣ ਜੇ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਤਾਂ ਉਹ ਮੇਰਾ ਖਿਆਲ ਫੈਸਲਾ ਆਖਰੀ ਫੈਸਲਾ ਹੋਊਗਾ, ਕਿਉਂਕਿ ਲੋਅਰ ਕੋਰਟਸ ਨੇ ਤਾਂ ਆਪਣੀ ਰੂਲਿੰਗਸ ਦੇ ਦਿੱਤੀ ਆ। ਜੇ ਚੈਲੰਜ ਕਰਨਾ ਤਾਂ ਉਸ ਨੂੰ ਜਿਹੜੀ ਹੁਣ ਨਵੀਂ ਗੌਰਮੈਂਟ ਆਊਗੀ ਉਹ ਕਰੂਗੀ, ਨਹੀਂ ਤਾਂ ਇਹੀ ਕਾਨੂੰਨ ਬਣ ਜਾਊਗਾ ਕਿ ਸਿਟੀਜ਼ਨਸ਼ਿਪ ਜਿਹੜੀ ਸੈਰੇਮਨੀ ਆ ਉਸ ਦੇ ਵਿੱਚ ਫੇਸ ਕਵਰਿੰਗਸ ਅਲਾਉਡ ਨੇ। ਜੇ ਕੋਈ ਮੁਸਲਿਮ ਔਰਤ, ਇਸਲਾਮ ਧਰਮ ਦੇ ਨਾਲ ਸੰਬੰਧਿਤ ਔਰਤ ਨਿਕਾਬ ਪਾਉ ਕੇ ਆਉਂਦੀ ਆ ਤਾਂ ਉਸ ਨੂੰ ਪਬਲਿਕ ਪਲੇਸਿਸ ਦੇ ਵਿੱਚ ਆਪਣਾ ਫੇਸ ਕਵਰ ਉਤਾਰਨ ਦੀ ਜ਼ਰੂਰਤ ਨਹੀਂ ਹੋਊਗੀ। ਉਸ ਨੂੰ ਸ਼ਾਮਲ ਉਸੇ ਤਰ੍ਹਾਂ ਹੀ ਕੀਤਾ ਜਾ ਸਕਦਾ। ਇੱਕ ਤਰ੍ਹਾਂ ਨਾਲ ਇੱਕ ਰਿਲੀਜਨ ਦਾ ਆਦਰ ਮਾਣ ਸਤਿਕਾਰ ਵੀ ਹੋ ਸਕਦਾ। ਪਰ ਦੂਜੇ ਪਾਸਿਓਂ ਕਿਤੇ ਨਾ ਕਿਤੇ ਇਸ ਦੇ ਗੱਲ ਦੀ ਜਿਹੜੇ ਲੋਕ ਕਹਿੰਦੇ ਹੁੰਦੇ ਨੇ ਵਿਰੋਧਤਾ ਕਰਨ ਵਾਲੇ, ਇਸ ਦਾ ਫਾਇਦਾ ਉਠਾ ਕੇ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ੍ਹ ਜ਼ਰੂਰ ਲਾਉਣਗੇ ਕਿ ਕੈਨੇਡੀਅਨ ਵੈਲਿਊਜ਼ ਆਰ ਨਾਟ ਇਕੁਅਲ ਅਮੰਗ ਦ ਕੈਨੇਡੀਅਨਸ। ਸੋ ਇਸ ਬਾਰੇ ਫੈਸਲਾ ਤਾਂ ਜਿਹੜਾ ਡਿਬੇਟ ਦੇ ਵਿੱਚ ਵੀ ਹੋਣਾ ਮੁਸ਼ਕਿਲ ਆ, ਕਿਉਂਕਿ ਕਿਤੇ ਜੇ ਪਰਮਿੰਦਰ ਸਿੰਘ ਜੀ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਜੇ ਸਿਕਿਉਰਿਟੀ ਇਸ਼ੂ ਨੇ ਤਾਂ ਦੈਨ ਇਟ ਨੀਡਸ ਟੂ ਬੀ। ਅਦਰਵਾਈਜ਼ ਜੇ ਸੈਰੇਮਨੀ ਵਰਗੀ ਜਿਹੜੀ ਸਿਟੀਜ਼ਨਸ਼ਿਪ ਦੀ ਸੈਰੇਮਨੀ ਆ ਉਹ ਇੱਕ ਪਬਲਿਕ ਪਲੇਸ ਦੇ ਵਿੱਚ ਉੱਥੇ ਕੋਈ ਸਿਕਿਉਰਿਟੀ ਰਿਸਕ ਨਹੀਂ ਹੁੰਦਾ, ਸਿਕਿਉਰਿਟੀ ਪਹਿਲਾਂ ਹੀ ਕਲੀਅਰ ਹੋਈ ਹੁੰਦੀ ਆ। ਸੋ ਬੇਸਿਕਲੀ ਦੇ ਸ਼ੁੱਡ ਬੀ ਅਲਾਉਡ। ਸੇਮ ਆਈ ਥਿੰਕ ਹਰਪ੍ਰੀਤ ਸਿੰਘ ਜੀ ਨੇ ਵੀ ਇਹ ਗੱਲ ਕੀਤੀ ਆ। ਐਂਡ ਆਈ ਡੂ ਐਗਰੀ ਕਿ ਕਿਸੇ ਰਿਲੀਜਨ ਦੀ ਤੁਸੀਂ ਡਿਸਰਿਸਪੈਕਟ ਨਹੀਂ ਕਰ ਸਕਦੇ। ਰਿਸਪੈਕਟ ਕਰੋ ਤੇ ਰਿਸਪੈਕਟ ਦੂਜੇ ਦੇ ਵੀ ਕਰੋ, ਪਰ ਕਿਤੇ ਨਾ ਕਿਤੇ ਜ਼ਰੂਰ ਇਹ ਕਿੰਤੂ ਪਰੰਤੂ ਹੋਣਗੇ। ਅਦਾਲਤਾਂ ਨੇ ਫੈਸਲਾ ਲੈ ਲਿਆ, ਨਵੀਂ ਗੌਰਮੈਂਟ ਨੇ ਬਣਨਾ, ਨਵੀਂ ਗੌਰਮੈਂਟ ਨੇ ਕੀ ਫੈਸਲਾ ਕਰਨਾ, ਕਿਸੇ ਤਰੀਕੇ ਨਾਲ ਬਿੱਲ ਨੂੰ ਅਮੈਂਡ ਕਰਕੇ ਲੈ ਕੇ ਆਉਂਦੇ ਨੇ ਜਾਂ ਇਸੇ ਰੂਲਿੰਗ ਨੂੰ ਚੈਲੰਜ ਕਰਦੇ ਨੇ, ਇਹ ਤਾਂ ਪਾਰਟੀ ਦੀਆਂ ਪਾਲਿਸੀਜ਼ ਤੇ ਪਾਰਟੀ ਦੇ ਵਾਅਦੇ ਹੀ ਦੱਸ ਸਕਦੇ ਨੇ। ਸੋ ਪਾਰਟੀ ਦੇ ਵਾਅਦੇ ਤੇ ਜਿਹੜੀਆਂ ਪਾਲਿਸੀਜ਼ ਨੇ ਬਾਰੇ ਜਾਣਨ ਤੋਂ ਪਹਿਲਾਂ ਕਦੇ ਨਾ ਕਦੇ ਤੁਹਾਨੂੰ ਜ਼ਰੂਰ ਮੌਕਾ ਮਿਲੂਗਾ। ਇਹ ਕੈਂਡੀਡੇਟ ਤੁਹਾਡੇ ਦਰਵਾਜ਼ੇ ਤੇ ਆਉਣਗੇ, ਇਹਨਾਂ ਬਾਰੇ ਜ਼ਰੂਰ ਪੁੱਛਿਓ। ਅਸੀਂ ਅੱਜ ਪੁੱਛਣ ਦੀ ਕੋਸ਼ਿਸ਼ ਕੀਤੀ ਗਈ, ਕਾਫੀ ਕੰਜ਼ਰਵੇਟਿਵ ਐਮਪੀਜ਼ ਨੂੰ ਫੋਨ ਕੀਤੇ, ਕੋਈ ਵੀ ਬੋਲਣ ਦੇ ਲਈ ਤਿਆਰ ਨਹੀਂ। ਲਿਬਰਲ ਐਮਪੀਜ਼ ਤੇ ਐਨਡੀਪੀ ਦੇ ਐਮਪੀਜ਼ ਜਾਂ ਉਹਨਾਂ ਦੇ ਕੈਂਡੀਡੇਟਸ, ਉਹਨਾਂ ਦੇ ਵਿਚਾਰ ਜਾਣਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ। ਅਖੀਰ ਵਿੱਚ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਬਹੁਤ ਪਸੰਦ ਆਈ ਹੋਊਗੀ। ਇਸ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਤੇ ਸੁਝਾਅ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਹੇਠ ਲਿਖੇ ਈਮੇਲ ਐਡਰੈਸ ਤੇ ਜਾਂ ਫੋਨ ਨੰਬਰ ਤੇ ਤੁਸੀਂ ਆਪਣੇ ਵਿਚਾਰ ਤੇ ਸੁਝਾਅ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਇਹਨਾਂ ਵਿਚਾਰਾਂ ਸਦਕਾ ਹੀ ਸਾਨੂੰ ਪ੍ਰੋਗਰਾਮ ਨੂੰ ਚੰਗਾ ਬਣਾਉਣ ਦੇ ਵਿੱਚ ਕਾਫੀ ਮਦਦ ਮਿਲਦੀ ਆ। ਦੂਜੇ ਪਾਸੇ ਮੈਂ ਹਰ ਵਾਰ ਦੀ ਤਰ੍ਹਾਂ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਇਹ ਡਿਬੇਟ ਨੂੰ ਕਾਫੀ ਓਪਨ ਰੱਖਣਾ ਚਾਹੁੰਦੇ ਹਾਂ। ਜੇ ਸਾਡੇ ਦਰਸ਼ਕ, ਸਾਡੀ ਆਡੀਅנס ਇਸ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੀ ਆ ਕਿਸੇ ਵੀ ਇਸ਼ੂ ਤੇ, ਤਾਂ ਤੁਸੀਂ ਹੇਠ ਲਿਖੇ ਈਮੇਲ ਐਡਰੈਸ ਤੇ ਆਪਣੇ ਜਿਹੜਾ ਟੌਪਿਕ ਆ, ਆਪਣੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ। ਸਾਨੂੰ ਤੁਹਾਨੂੰ ਆਪਣੇ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਬਹੁਤ ਖੁਸ਼ੀ ਹੋਊਗੀ। ਦੂਜੇ ਪਾਸੇ ਚੱਕਦੇ ਟੀਵੀ ਦੇ ਟੋਰਾਂਟੋ ਆਫਿਸ ਤੇ ਗੈਲਰੀ ਆਫਿਸ ਵਿੱਚੋਂ ਨਿਊਜ਼ ਐਂਕਰ, ਡਿਬੇਟ ਹੋਸਟ ਤੇ ਹੋਰ ਵੀ ਕਾਫੀ ਆਫਿਸ ਐਡਮਿਨਿਸਟ੍ਰੇਸ਼ਨ ਦੀ ਪੋਜੀਸ਼ਨ ਦੇ ਲਈ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਨਾਲ ਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ। ਅਸੀਂ ਕੰਟੀਨਿਊਸਲੀ ਚੰਗੇ ਜਿਹੜੇ ਇਸ ਕਲਚਰ ਦੇ ਨਾਲ, ਪੰਜਾਬੀ ਕਲਚਰ ਦੇ ਨਾਲ ਜੁੜੇ ਹੋਏ ਨੇ, ਜੇ ਤੁਸੀਂ ਆਪਣੀ ਇਸ ਪ੍ਰਤਿਭਾ ਨੂੰ ਅੱਗੇ ਲਿਆਉਣਾ ਚਾਹੁੰਦੇ ਹੋ, ਸਾਨੂੰ ਤੁਹਾਡੇ ਨਾਲ ਜੁੜ ਕੇ ਬਹੁਤ ਖੁਸ਼ੀ ਹੋਊਗੀ। ਅਖੀਰ ਦੇ ਵਿੱਚ ਥੈਂਕ ਯੂ ਵੈਰੀ ਮਚ ਫॉर ਟੁਡੇ।